शोभा चिंता लाहे हमारी। सतगुर आयो शरण तुहारी, मिलै सुख नाम हर शोभा। चिंता लाहे हमारी, अवर ना सूझै दूजी ठाहर। हार परयो तौ द्वारी, लेखा छोड़ अलेख छूटै। हम निर्गुण लेहो उबारी, सद बख्शंद सदा मेहरबाना। सबना दे आधारी, नानक दास संत पाछै परयो। राख लेहो एह बारी, किरत कर्म के विछुड़े। कर कृपा मिलो राम, चार कुंट दह दिश भ्रमे। थक आए प्रभ की शाम, ज्ञान ध्यान किछ कर्म न जाना। सार न जाना तेरी, सब ते वड्डा सतगुर नानक। जिन कल राखी मेरी, गुरपूरा जिन सिमरिया। सेई भय निहाल, नानक नाम आराधना। कारज आवे रास। सतगुरु गरीब नवाज पातशाह दसां पातशाहियां दे प्रतੱਖ स्वरूप अकाल मूरत समर्थ सतगुरु श्री गुरु ग्रंथ साहिब सच्चे पातशाह जी की पावन पवित्र हजूरी विच सबाईमान सत्कारयोग सन्मानयोग साध संगत जी, सतगुरां नूं प्रतੱਖ जान के प्यार सहित शीश झुकाओ। फतेह बुलाओ जी। वाहिगुरु जी का खालसा, वाहिगुरु जी की फतेह। सतगुरु ने बाणी विच गुरसिੱਖੀ मार्ग नूं एक गाड़ी राह दसिया। भाई गुरदास साहब कहंदे गुरमुख गाड़ी राह चलंदा। इहदे उत्ते अज थोड़ी जी बेनती करां। गाड़ी का अर्थ है बैल गड्डी, ते जिथों एक गड्डी लंघदी है कच्चे थां ते उत्थे गैल पै जांदी, लीह पै जाती, ते पिछलियां नूं तुरना सुखला रह जाता है। उस मार्ग ते पुराने समय विच अज तां सड़कां पक्कियां उदाहरण है सिर्फ, क्योंकि समझ तां आवेगी जे उदाहरण विच लियावांगे। उहदे नाल सानूं सुखली पर लेना असीं तत नूं है। गुरु ग्रंथ साहिब जी की बाणी विच विशेष तौर ते दो चीज़ां हन, एक तत है ते एक उस तत नूं समझाउण वास्ते उदाहरणां दे एग्जाम्पल ते कहानियां कईयां गईयां। हुण कई बारी की हुंदा है, असीं कहानी वरतदे ही नहीं, बिल्कुल उदाहरण वरतदे नहीं ते समझ विच नहीं आउंदी। ते बहुती वारी ये हुंदा कहानी सानूं चेते रह जांदी ते तत हत्थों छुट जांदा। जिवें कि एक जिमीदार फसल बीजदा है,
ਭਾਵੇਂ ਕਿ ਉਹਦਾ ਪ੍ਰਯੋਜਨ ਦਾਣੇ ਕੱਢਣਾ ਹੈ, ਫਲ ਲੈਣਾ ਹੈ। ਇੱਕ ਮਾਲੀ ਰੁੱਖ ਨੂੰ ਪਾਣੀ ਪਾਉਂਦਾ, ਉਹਦਾ ਵੀ ਪ੍ਰਯੋਜਨ ਇਹੀ ਹੈ ਕਿ ਇੱਕ ਦਿਨ ਇਸ ਰੁੱਖ ਨੂੰ ਫਲ ਲੱਗੇਗਾ ਤੇ ਫਲ ਤੋੜ ਕੇ ਵੇਚਾਂਗਾ ਤੇ ਧਨ ਮੇਰੀ ਜੇਬ ਵਿੱਚ ਆਏਗਾ। ਪਰ ਉਸ ਫਲ ਤੱਕ ਜਾਣ ਵਾਸਤੇ ਉਸ ਤੋਂ ਪਹਿਲਾਂ ਉਸ ਰੁੱਖ ਦੇ ਪੱਤੇ ਵੀ ਉਹਨੂੰ ਸੰਭਾਲਣੇ ਪੈਂਦੇ ਹਨ, ਉਹਦੀਆਂ ਟਹਿਣੀਆਂ ਦੀ ਵੀ ਰਾਖੀ ਕਰਨੀ ਪੈਂਦੀ ਹੈ, ਉਸ ਰੁੱਖ ਦੀਆਂ ਜੜ੍ਹਾਂ ਨੂੰ ਗੋਡਣਾ ਵੀ ਪੈਂਦਾ ਤੇ ਉਹਦੇ ਵਿੱਚ ਦਵਾਈ ਵੀ ਪਾਉਣੀ ਪੈਂਦੀ ਹੈ। ਗੁਰਮਤਿ ਇਹਨਾਂ ਦੋ ਚੀਜ਼ਾਂ ਤੇ ਖੜੀ ਸਾਧ ਸੰਗਤ, ਜਿੰਨਾ ਚਿਰ ਪੱਤੇ ਸ਼ੁੱਧ ਨਹੀਂ ਉਹਨਾਂ ਚਿਰ ਫਲ ਤੰਦਰੁਸਤ ਨਹੀਂ ਮਿਲੇਗਾ। ਪੱਤੇ ਜੇ ਬਿਮਾਰੀ ਲੱਗ ਗਈ, ਪੱਤਿਆਂ ਨੂੰ ਕੀੜਾ ਲੱਗ ਗਿਆ, ਜਿਸ ਰੁੱਖ ਦੇ ਮੰਨ ਲਓ ਉਦਾਹਰਨ ਦੇ ਤੌਰ ਤੇ ਸੇਬ ਦਾ ਬੂਟਾ ਹੈ, ਪੱਤਿਆਂ ਨੂੰ ਕੀੜਾ ਲੱਗ ਗਿਆ, ਜਿੱਦਣ ਉਹਨੂੰ ਸੇਬ ਲੱਗੇਗਾ ਤੇ ਉਹਨਾਂ ਪੱਤਿਆਂ ਦਾ ਪ੍ਰਭਾਵ ਉਸ ਸੇਬ ਤੇ ਪਏਗਾ, ਕਿਉਂਕਿ ਪੱਤਿਆਂ ਦਾ ਹੀ ਰੂਪ ਬਦਲ ਕੇ ਸੇਬ ਦਾ ਫਲ ਬਣਨਾ ਹੈ। ਇਸ ਕਰਕੇ ਸਿਆਣਾ ਮਾਲੀ ਇੱਕ ਚੰਗੇ ਫਲ ਦੀ ਆਸ ਤਾਂ ਕਰਦਾ ਹੈ ਜੇ ਉਸ ਬੂਟੇ ਦੇ ਪੱਤੇ ਵੀ ਤੰਦਰੁਸਤ ਹੋਣ ਤੇ ਉਹਨਾਂ ਦੀ ਸੰਭਾਲ ਕਰਦਾ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਵੀ ਪੱਤਿਆਂ ਦੀ ਸੰਭਾਲ ਕਰ, ਫਲ ਤੇ ਆਪੇ ਆ ਜਾਏਗਾ, ਫਲ ਦੀ ਚਿੰਤਾ ਨਾ ਕਰ। ਔਰ ਇਹ ਵੀ ਸੱਚਾਈ, ਕੋਈ ਬੰਦਾ ਫਲ ਦੀ ਕਾਮਨਾ ਕਰਦਾ ਰਵੇ, ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਵੇ, ਜਿੰਨਾ ਚਿਰ ਉਹਦੇ ਪੱਤੇ ਸ਼ੁੱਧ ਨਹੀਂ ਉਹਨਾਂ ਚਿਰ ਫਲ ਚੰਗਾ ਨਹੀਂ ਆਵੇਗਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੁਸੀਂ ਹੁਣੇ ਸੁਣ ਰਹੇ ਸੀ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਜ਼ੋਰ ਲਾਇਆ ਨਹੀਂ, ਕੰਮ ਕਰਨਾ ਪਏਗਾ, ਖਿਆਲ ਰੱਖਣਾ, ਪੱਤੇ ਠੀਕ ਕਰਨੇ ਪੈਣ। ਭਗਤ ਰਵਿਦਾਸ ਜੀ ਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ, ਫਲ ਕਾਰਨ ਫੂਲੀ ਬਨ ਰਾਏ। ਬਨ ਰਾਏ ਦਾ ਅਰਥ ਹੈ ਬਨਸਪਤੀ, ਫਸਲ ਕਾਦੇ ਵਾਸਤੇ ਉਗਦੀ, ਕਿਉਂ ਉਹਨੂੰ ਪਾਲੀਦਾ, ਕਿਉਂਕਿ ਇਹਨੂੰ ਫਲ ਲੱਗ ਜਾਏ। ਫਲ ਕਾਰਨ ਫੂਲੀ ਬਨ ਰਾਏ, ਫਲ ਹੁਆ ਤਬ ਫੂਲ ਬਿਲਾਏ। ਜਦੋਂ ਫਲ ਲੱਗ ਗਿਆ ਤੇ ਫੁੱਲ ਸੁੱਕਣੇ ਸ਼ੁਰੂ ਹੋ ਗਏ। ਗਿਆਨੇ ਕਾਰਨ ਕਰਮ ਅਭਿਆਸ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬੰਦੇ ਨੂੰ ਪਹਿਲਾਂ, ਸਭ ਤੋਂ ਪਹਿਲਾਂ ਕਰਮ ਸ਼ੁੱਧ ਕਰਨੇ ਪੈਣਗੇ। ਕਰਮ ਜਿਹੜੇ ਉਹ ਹੱਥਾਂ ਨਾਲ ਕੰਮ ਕਰਦਾ। ਧਰਮ ਦੇ 5-6 ਮੂਲ ਬੇਸ ਨੇ। ਸਭ ਤੋਂ ਪਹਿਲਾ ਹੈ ਕਾਰ ਸ਼ੁੱਧ, ਜਿਹੜੇ ਕੰਮ ਅਸੀਂ ਕਰਨੇ ਆ ਉਹ ਸ਼ੁੱਧ ਕਰਨੇ ਪੈਣਗੇ, ਉਹਨਾਂ ਵਿੱਚ ਸ਼ੁੱਧਤਾ ਲਿਆਉਣੀ ਪੈਗੀ। ਕਾਰ ਸ਼ੁੱਧ, ਵਿਹਾਰ ਸ਼ੁੱਧ। ਫਿਰ ਸਾਨੂੰ ਜਿਹੜਾ ਸੰਸਾਰ ਬਾਜ਼ਾਰ ਵਿੱਚ ਅਸੀਂ ਲੈਣ ਦੇਣ ਕਰਨੇ ਆ ਉਹਦੇ ਵਿੱਚ ਕਿਤੇ ਪਰਾਇਆ ਹੱਕ ਤੇ ਨਹੀਂ। ਮੈਂ ਬੇਨਤੀ ਕਰਦਿਆਂ, ਧਰਮ ਦਾ ਫਲ ਪ੍ਰਾਪਤ ਕਰਨ ਵਾਸਤੇ ਪੱਤੇ ਕਿਹੜੇ ਨੇ ਸਾਡੀ ਜ਼ਿੰਦਗੀ ਵਿੱਚ, ਸਭ ਤੋਂ ਪਹਿਲਾਂ ਉਧਰ ਧਿਆਨ ਦੇਣਾ ਪਏ। ਕਾਰ ਸ਼ੁੱਧ, ਕਿਰਤ ਸ਼ੁੱਧ ਹੋਣੀ ਚਾਹੀਦੀ, ਖਿਆਲ ਰੱਖਣਾ। ਧਰਮੀ ਬੰਦੇ ਦੀ ਕਿਰਤ ਸ਼ੁੱਧ ਨਹੀਂ ਤੇ ਉਹ ਜਿੰਨਾ ਵੀ ਕੰਮ ਕਰਦਾ ਧਰਮ ਦੇ ਮਾਰਗ ਤੇ, ਉਹ ਥਾਂ ਨਹੀਂ ਪੈਂਦਾ, ਟਿਕਦਾ ਨਹੀਂ, ਗਵਾਚ ਜਾਂਦਾ ਨਾਲੋਂ ਨਾਲ। ਕੰਮ ਤੇ ਜ਼ਰੂਰ ਹੈ, ਉਹਦੇ ਵਿੱਚ ਨਾ ਕਿਸੇ ਧਰਮ ਦਾ ਨੁਕਸ ਹੁੰਦਾ, ਨਾ ਬਾਣੀ ਦਾ, ਨਾ ਗੁਰੂ ਦਾ। ਮੈਨੂੰ ਬੜੀ ਸੁੰਦਰ ਕਹਾਣੀ ਚੇਤੇ ਆਈ। ਇੱਕ ਫਕੀਰ ਦੇ ਕੋਲ ਇੱਕ ਸ਼ਾਗਿਰਦ ਬਹੁਤ ਸਮੇਂ ਤੋਂ ਨਮਾਜ਼ ਪੜ੍ਹਦਾ ਸੀ ਤੇ ਅਕਸਰ ਸ਼ਿਕਾਇਤ ਹੀ ਕਰਦਾ ਰਹਿੰਦਾ ਸੀ ਆਪਣੇ ਉਸਤਾਦ ਨੂੰ ਕਿ ਤੁਸੀਂ ਇੰਨੇ ਸਾਲ ਤੋਂ ਮੈਨੂੰ ਲਾਇਆ ਨਮਾਜ਼ ਪੜ੍ਹਨ ਤੇ ਪੱਲੇ ਤੇ ਕੱਖ ਵੀ ਨਹੀਂ ਪਿਆ। ਉਹੀ ਸਭ ਕੁਝ, ਉਹੀ ਕ੍ਰੋਧ, ਉਹੀ ਕਾਮ, ਉਹੀ ਲੋਭ, ਮੇਰੇ ਪੱਲੇ ਕੁਝ ਨਹੀਂ ਪਿਆ। ਉਹ ਚੁੱਪ ਕਰ ਜਾਂਦੇ ਵੀ ਜੇ ਇਹਨੂੰ ਮੈਂ ਕਹਿ ਦਿੱਤਾ। ਨਮਾਜ਼ ਪੜ੍ਹਦਾ ਰਹਿੰਦਾ ਸੀ। ਇੱਕ ਦਿਨ ਇੱਕ ਖੂਹ ਦੇ ਕੋਲੋਂ ਦੋਵੇਂ ਲੰਘ ਰਹੇ ਸਨ ਤੇ ਸਾਹਮਣੇ ਫਿਰ ਉਹਨੇ ਸਵਾਲ ਕਰ ਦਿੱਤਾ। ਕਹਿਣ ਲੱਗਾ, ਮੈਨੂੰ ਤੇ ਲੱਗਦਾ ਖੁਦਾ ਹੁੰਦਾ ਹੀ ਕੋਈ ਨਹੀਂ, ਐਵੇਂ ਕਹਾਣੀਆਂ ਬਣੀਆਂ, ਨਾ ਕੋਈ ਉਹਦਾ ਰਸ, ਨਾ ਕੋਈ ਉਹਦਾ ਆਨੰਦ, ਕੁਝ ਵੀ ਨਹੀਂ ਹੋਣਾ। ਨਹੀਂ ਤੇ ਮੈਂ ਇੰਨੀ ਵਾਰੀ ਨਮਾਜ਼ ਪੜ੍ਹੀ, ਹੱਦ ਹੋ ਗਈ, ਕੁਝ ਪੱਲੇ ਨਾ ਪੈਂਦਾ। ਖੂਹ ਦੇ ਕੋਲੋਂ ਲੰਘਦੇ ਉਸ ਫਕੀਰ ਨੇ ਉਹਨੂੰ ਇਸ਼ਾਰਾ ਕੀਤਾ, ਕਹਿੰਦੇ ਸਾਹਮਣੇ ਇੱਕ ਬਾਲਟੀ ਹੈ, ਉਹਨੂੰ ਰੱਸੀ ਬੰਨ੍ਹ। ਬਾਲਟੀ ਨੂੰ ਉਹਨੇ ਰੱਸੀ ਬੰਨ੍ਹ ਦਿੱਤੀ।
ਇਹਨੂੰ ਖੂਹ ਵਿੱਚ ਲਮਕਾ, ਖੂਹ ਵਿੱਚ ਲਮਕਾ ਦਿੱਤੀ। ਉਹ ਜਿਹੜਾ ਕਹਿੰਦਾ ਸੀ ਮੇਰੇ ਪੱਲੇ ਕੁਝ ਨਹੀਂ ਪੈਂਦਾ, ਖੂਹ ਵਿੱਚ ਲਮਕਾ ਦਿੱਤੀ। ਕਹਿੰਦੇ ਪਾਣੀ ਵਿੱਚ ਡੋਬ। ਜਦੋਂ ਪਾਣੀ ਵਿੱਚ ਡੋਬੀ ਕਹਿੰਦੇ ਖਿੱਚ ਬਾਹਰ ਪਾਣੀ ਕੱਢ। ਜਦੋਂ ਬਾਹਰ ਖਿੱਚੀ ਨਾ ਸਾਧ ਸੰਗਤ, ਪਾਣੀ ਬਾਲਟੀ ਸਿਰੇ ਤੱਕ ਆਉਂਦੇ ਆਉਂਦਿਆਂ ਸਾਰਾ ਪਾਣੀ ਵਗ ਗਿਆ, ਕਿਉਂਕਿ ਉਹ ਸਾਰੀ ਟੁੱਟੀ ਹੋਈ ਸੀ ਸੁਰਾਖ ਸਣ ਉਹਦੇ ਵਿੱਚ, ਪਾਣੀ ਸਾਰਾ ਵਗ ਗਿਆ। ਕਹਿਣ ਲੱਗੇ ਜੀ ਇਹਦੇ ਨਾਲ ਪਾਣੀ ਕਿਵੇਂ ਨਿਕਲੇ? ਕਹਿੰਦੇ ਕਿਉਂ, ਹੈ ਤੇ ਬਾਲਟੀ ਨਾ। ਕਹਿੰਦੇ ਬਾਲਟੀ ਤੇ ਹੈ, ਸੁਰਾਖ ਬੜੇ ਨੇ ਇਹਦੇ ਵਿੱਚ। ਕਹਿਣ ਲੱਗੇ ਨਮਾਜ਼ ਤੇ ਤੂੰ ਵੀ ਬੜੀ ਵਾਰੀ ਪੜ੍ਹਦਾ, ਪਰ ਆਪਣੇ ਮਨ ਰੂਪੀ ਬਾਲਟੀ ਨੂੰ ਵੇਖ, ਉਹਦੇ ਵਿੱਚ ਸ਼ੱਕ ਦੇ ਸੁਰਾਖ ਕਿੰਨੇ ਨੇ, ਭਰੋਸਾ ਕੋਈ ਨਹੀਂ। ਤੇਰੇ ਕਰਮ ਅੰਦਰ ਵੇਖ ਝਾਤੀ ਪਾ ਕੇ, ਉੱਥੇ ਕਿਤੇ ਨੁਕਸ ਹੈ। ਨਹੀਂ ਤੇ ਬਾਬਾ ਫਰੀਦ ਸਾਹਿਬ ਨੂੰ ਕਿਸੇ ਪੁੱਛਿਆ ਸੀ ਕਿ ਕਿੰਨੀ ਕੁ ਦੇਰ, ਕਿੰਨਾ ਕੁ ਮਾਰਗ, ਕਿੰਨੇ ਕੁ ਕਿਲੋਮੀਟਰ ਨੇ ਇਸ ਮਾਰਗ ਦੇ ਉੱਤੇ, ਅੰਤਿਮ ਰਾਹ ਦੇ ਉੱਤੇ ਪਹੁੰਚਣ ਵਾਸਤੇ, ਮੰਜ਼ਿਲ ਤੇ ਜਾਣ ਵਾਸਤੇ ਕੀ ਕੁਝ ਕਰਨਾ ਪਏਗਾ? ਫਰੀਦ ਸਾਹਿਬ ਨੇ ਜਵਾਬ ਦਿੱਤਾ, ਇੱਕ ਪਲ ਵੀ ਲੱਗ ਸਕਦਾ ਹੈ, ਇੱਕ ਸਾਲ ਵੀ ਲੱਗ ਸਕਦਾ ਹੈ, ਇੱਕ ਜਨਮ ਵੀ ਲੱਗ ਸਕਦਾ ਹੈ, 1000 ਜਨਮ ਵੀ ਲੱਗ ਸਕਦੇ ਨੇ, ਤੇ ਭਾਵੇਂ ਕਿੰਨੇ ਜਨਮ ਲਾ ਦਈਏ, ਜ਼ਰੂਰੀ ਨਹੀਂ ਦਾਵਾ ਵੀ ਜ਼ਰੂਰ ਮਿਲ ਜਾਏ। ਕੋਈ ਕਿਹਾ ਨਹੀਂ ਜਾ ਸਕਦਾ ਕਿਵੇਂ ਦਾ ਰਾਹ ਹੈ। ਮਾਰਗ ਪੰਥ ਨਾ ਜਾਣੋ ਵਿਖੜਾ, ਗੁਰੂ ਸਾਹਿਬ ਨੇ ਕਿਹਾ। ਇਹ ਮਾਰਗ ਹੈ ਹੀ ਤੇ ਇਸ ਤਰ੍ਹਾਂ ਦਾ, ਇੱਥੇ ਕਿਹੜਾ ਸੜਕ, ਇੱਥੇ ਕਿਹੜਾ ਸਾਈਨ ਬੋਰਡ ਲੱਗਾ, ਨਾ ਸਮਝ ਆਵੇ। ਸਾਰਾ ਅੰਦਰੂਨੀ ਮਾਮਲਾ ਹੈ, ਬਾਹਰ ਦਾ ਕੁਝ ਹੈ ਹੀ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਹਰ ਐ ਰੇਖਾਂਡ ਰੇਤ ਮੈਂ ਵਿਖਰੀ। ਰੱਬ ਦਾ ਜਿਹੜਾ ਨਾਮ ਹੈ ਨਾ, ਉਹ ਇਸ ਤਰ੍ਹਾਂ ਹੈ ਜਿਵੇਂ ਰੇਤ ਦੇ ਉੱਤੇ ਤੁਸੀਂ ਖੰਡ ਖਿਲਾਰਦੇ ਹੋ। ਹਰ ਹੈ ਖਾਂਡ ਰੇਤ ਮੈਂ ਬਿਖਰੀ। ਪਰਮਾਤਮਾ ਦਾ ਨਾਮ ਇੰਨਾ ਸੂਖਸ਼ਮ ਹੈ, ਧਿਆਨ ਦੇਣਾ। ਹਾਥੀ ਚੁਣੀ ਨਾ ਜਾਏ। ਕਹਿੰਦੇ ਜੇ ਹਾਥੀ ਨੂੰ ਕਹੋ ਵੀ ਤੂੰ ਇਸ ਰੇਤ ਦੇ ਵਿੱਚੋਂ ਖੰਡ ਚੁਣ ਕੇ ਖਾ, ਤੇ ਉਹਦੀ ਤੇ ਸੁੰਡ ਬੜੀ ਮੋਟੀ, ਕਿਵੇਂ ਚੁਣੇਗਾ ਉਹ ਖੰਡ? ਉਦਾਹਰਨ ਦਿੱਤੀ ਸੀ। ਹਾਥੀ ਚੁਣੀ ਨਾ ਜਾਏ, ਹਾਥੀਆਂ ਤੋਂ ਚੁਣੀ ਨਹੀਂ ਜਾ ਸਕਦੀ ਉਹ ਖੰਡ ਰੇਤ ਦੇ ਵਿੱਚ। ਫਿਰ ਕੌਣ ਉਸ ਖੰਡ ਨੂੰ ਕੱਢ ਕੇ ਖਾ ਸਕਦਾ? ਕਹੇ ਕਬੀਰ ਗੁਰ ਭਲੀ ਬੁਝਾਈ। ਕਬੀਰ ਜੀ ਕਹਿੰਦੇ ਮੇਰੇ ਗੁਰੂ ਨੇ ਇੱਕ ਜੁਗਤ ਦੱਸ ਦਿੱਤੀ ਹੈ। ਕਹਿਣ ਲੱਗੇ ਚੀਟੀ ਹੋਏ ਕਹਿ ਖਾਏ। ਕੀਟੀ ਹੋਏ ਕਹਿ, ਕੀਟੀ ਦਾ ਅਰਥ ਕੀੜੀ ਬਣ ਕੇ, ਕੀੜੀ ਉਹਨੂੰ ਖਾ ਸਕਦੀ, ਹਾਥੀ ਨਹੀਂ ਖਾ ਸਕਦਾ, ਜਦ ਕਿ ਹਾਥੀ ਬੜਾ ਵੱਡਾ ਹੈ। ਹੁਣ ਇਹ ਕਹਾਣੀ ਹੈ, ਸਿਰਫ ਮੈਂ ਤੱਤ ਕਹਾਂ ਦੋ ਚੀਜ਼ਾਂ। ਇਹਦਾ ਮਤਲਬ ਸਿਰਫ ਇਹ ਵੀ ਜਿਹੜੇ ਬੰਦੇ ਦੀ ਸੁਰਤ ਦੇ ਵਿੱਚ ਅਹੰਕਾਰ ਹੈ, ਉਹ ਗੁਰੂ ਕੇ ਸ਼ਬਦ ਨੂੰ ਕਦੀ ਪਕੜ ਨਹੀਂ ਸਕੇਗਾ, ਬੁੱਧੀ ਬਹੁਤ ਮੋਟੀ ਬਣੇਗੀ। ਦੋ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ-ਵਾਰ ਆਉਣਗੀਆਂ, ਥੋੜੇ ਮੈਂ ਸ਼ਬਦ ਵਿੱਚ ਕਹਿੰਦਾ ਜਾਵਾਂਗਾ, ਤਾਂ ਕਿ ਆਪ ਜੀ ਨੂੰ ਬਾਣੀ ਪੜ੍ਹਦੇ ਆ ਕੁਝ ਚੀਜ਼ਾਂ ਟੱਚ ਕਰ ਸਕੇ ਸੁਰਤ ਜਿਹੜੀ, ਵੇਖੇ ਵੀ ਬਾਣੀ ਵਿੱਚ ਕੀ ਲਿਖਿਆ ਹੈ। ਸੁਖਮਣੀ ਸਾਹਿਬ ਦੇ ਵਿੱਚ ਵੀ ਇਹ ਦੋਵੇਂ ਸ਼ਬਦ ਆਏ। ਉਹ ਸ਼ਬਦ ਨੇ ਸੂਖਮ ਤੇ ਅਸਥੂਲ, ਬੜੀ ਵਾਰੀ ਆਉਣਗੇ ਗੁਰੂ ਗ੍ਰੰਥ ਸਾਹਿਬ ਵਿੱਚ। ਔਰ ਇਸ ਬਾਣੀ ਦਾ ਬੇਸ ਆਧਾਰ ਇਹਨਾਂ ਦੋ ਸ਼ਬਦਾਂ ਤੇ ਰੱਖਿਆ ਗਿਆ। ਸੂਖਸ਼ਮ ਦਾ ਅਰਥ ਹੁੰਦਾ ਹੈ ਜੋ ਹੋਵੇ ਪਰ ਦਿਸੇ ਨਾ, ਹੱਥ ਨਾਲ ਜਿਹਨੂੰ ਫੜ ਸਕੇ। ਅਸਥੂਲ ਦਾ ਹੁੰਦਾ ਜਿਹੜੀ ਚੀਜ਼ ਨੂੰ ਸਾਹਮਣੇ ਹੱਥ ਵਿੱਚ ਲੈ ਲਈਏ, ਜਿਹੜੀ ਚੀਜ਼ ਪਕੜੀ ਜਾ ਸਕੇ, ਉਹਨੂੰ ਅਸਥੂਲ ਕਹਿੰਦੇ। ਇਹਨਾਂ ਦੋ ਚੀਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਾਰ-ਵਾਰ ਸਤਿਗੁਰੂ ਨੇ ਵਰਤਿਆ। ਮੈਂ ਉਦਾਹਰਨ ਦੇ ਦਿਆਂ, ਸੁਖਮਣੀ ਸਾਹਿਬ ਵਿੱਚ ਬਚਨ ਆਉਂਦਾ ਹੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨਾ ਆਵੈ, ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸਥੂਲ। ਆ ਦੋ ਸ਼ਬਦ ਆ ਗਏ ਸੁਖਮਣੀ ਸਾਹਿਬ। ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਸੂਖਮ ਮਹਿ ਜਾਣੈ ਅਸਥੂਲ। ਅਸਥੂਲ ਆ ਜਿਹੜਾ ਦਿਸਦਾ ਹੋਇਆ ਸੰਸਾਰ ਪਸਾਰਾ ਹੈ ਨਾ, ਇਹ ਵੇਖੇ ਵੀ ਇਹਦੇ ਪਿੱਛੇ ਇੱਕ ਸੂਖਸ਼ਮ ਨਾ ਦਿਸਣ ਵਾਲੀ ਸ਼ਕਤੀ ਕੰਮ ਕਰ ਰਹੀ। ਸਰੀਰ ਤੇ ਦਿਸਦਾ ਪਰ ਜਿਹੜੀ ਜਿੰਦ ਜੋਤ ਇਹਨੂੰ ਚਲਾ ਰਹੀ ਹੈ ਉਹ ਕਿੱਥੇ ਨਜ਼ਰ ਆਉਂਦੀ? ਨਾ ਕੈਮਰੇ ਵਿੱਚ ਆਵੇ, ਨਾ ਐਕਸਰੇ ਵਿੱਚ ਆਵੇ, ਕਿਸੇ ਚੀਜ਼ ਵਿੱਚ ਨਹੀਂ ਆਉਂਦੀ। ਉਹ ਚੀਜ਼ ਬਹੁਤ ਸਾਧ ਸੰਗਤ ਦੀ ਸੂਖਸ਼ਮ। ਉਹ ਆਵਾਜ਼ ਥੋੜੀ ਜਿਹੀ ਰਹਿਣ ਦਿਓ, ਠੀਕ ਸੀ। ਬੇਨਤੀ ਕਰਾਂ
सतगुरु ने वचन कीते सूखम मह जानै अस्थूल। सूक्ष्म दे विच इस तरह ये दो शब्द बड़े गैर ने। जिहड़ा उदाहरण लै रहे सी आपां कीड़ी दा ते हाथी दा, ਉਹਦਾ मतलब सिर्फ इन्ना सी अपने आप नूं छोटा कर लेना, अपने आप नूं निमर कर लेना, अपने आप नूं अहंकार कर लेना। इस करके कबीर जी 4 स्टेजां कहते ने परमार्थ दे राह दी, 4 राह दसदे ने। उदाहरणां फिर आउणगीਆਂ विच, पर तत नूं फड़ना है। 4 रस्ते किहड़े ने जिहदे विच सब तो कबीर साहब पहला कहते ने कबीर रोड़ा होए रहो बाट का तज मन का अभिमान। रोड़े वांग बन इस राह ते तुरने। यह है गुरमत दा गाड़ी राह। अपने आप नूं त्याग, अपने आप नूं छोटा कर। रोड़ा होए रहो बाट का तज मन का अभिमान। रोड़े विच की कौन है? कोई इधरों आया दूजे पासे ठेडा मार के कर गया, दूजे पासे आया दूजे पासे कर गया। कहन लगे ऐसा कोई दास होए ताहे मिले भगवान। ये पहली जमात है, पहली क्लास, पहली स्टेज। रोड़ा बनाना अपने आप। हुण तुसीं इतिहास विच वेखो, ये गल्लां सिर्फ कहणियां होर चीज जदों वरतदियां ने बहुत औखियां। ये गुरु अमरदास सच्चे पातशाह जी नूं पुछो भी रोड़ा किवें बणीदा, किवें रोड़ा बने। वेखो आप जी नूं गुरता गद्दी प्राप्त हुई, गुरता गद्दी ते बैठ गए ते गुरु अंगद देव जी दा पुत्र आउंदा है ते आके संगत विच बैठियां नूं साध संगत जी स्टेज ते लत मार दित्ती। छोटी गल नहीं सी। एक तां होवे ना आम आदमी ओनूं लत मारदा, वो होर चीज है, पर इन्नी उच्ची थां ते, इन्नी उच्ची थां ते बैठियां नूं लत मारी ते आप जी तख्त तो थल्ले डिगे। पर उस गुरु पुत्र दे दातू दा पैर फड़ लिया ते शब्द कहे सन। कहन लगे एक तो सेवा करत रहे हो, एक ते मैं सेवा करदा रहा, एक तो बैते बिरध भयो हो, दूजा मेरा शरीर बुढ़ा है ते तू गुरु अंगद देव जी दा पुत्र है। तेरे हाथ बड़े कोमल ते कूले ने, तेरे पैर बड़े कोमल ने। किते तेरे पैरां नूं किते जदों तू लत मारी किते दर्द ते नहीं हुई। निमरता दी हद विखा दी। यह है जराब फकीरी दी आरंभता इत्थों हुंदी। बाबा फरीद साहब जी दे श्लोक पढ़ो। फकीर ਉਹ ਨੇ ਜਿਹਦੇ ਵਿੱਚ ਤਾਣ ਹੋਵੇ ਨਾ, ਸ਼ਕਤੀ ਹੋਵੇ ਨਾ। ਫਕੀਰ ਉਹਨੂੰ ਕਹਿੰਦੇ ਨੇ ਸ਼ਕਤੀ ਹੋਵੇ ਤੇ ਉਸ ਸ਼ਕਤੀ ਨੂੰ ਵੇਖ ਕੇ ਚੇਤਾ ਹੀ ਨਾ ਆਵੇ ਵਰਤਨ। ਫਕੀਰ ਉਹਨੂੰ ਕਹਿੰਦੇ ਤਾਣ ਹੁੰਦੇ ਹੋਏ ਨੇ ਤਾਣਾ। ਫਕੀਰੀ ਦੇ ਅਰਥ ਹੀ ਇਹਨੇ ਜਿਹੜਾ ਬਰੂਦ ਦੇ ਢੇਰ ਦੇ ਉੱਤੇ ਬੈਠਾ ਹੈ ਪਰ ਉਹਨੂੰ ਉਹਦਾ ਪਤਾ ਵੀ ਨਹੀਂ ਹੈ। ਮਾਣ ਕੋਲ ਹੈ, ਤਾਣ ਕੋਲ ਹੈ। साध संगत ये है निमरता दी आरंभता इथों होंदी। धर्म दा भांडा निमरता है। निमरता दे अर्थ ने जिन्ना मर्जी कोल होवे कदी ओदा विखावा नहीं करना, कदी ओनू सामने नहीं लियाउणा। सहज सुभाए जो कुछ होवे ये नहीं भी थोड़ा जा कीता ते दावे विच चले गए। दावा ते उस घर विच प्रवान ही नहीं है। पहली स्टेज है जदों भी आपां भोजन छकण दी तैयारी करांगे, सब तो पहला भांडा लभणे। ते गुरु नानक सच्चे पातशाह जी जिस दिन सुल्तानपुर दी धरती तो वेई विच गए ते वेई दे राही अकाल पुरख दे दर ते पहुंचे, उत्थे अकाल पुरख वाहिगुरू वल्लों बख्शिश हुई। पहला सब तो जिहड़ी साडे वास्ते दो चीज़ां लैन ना, मैं 10 कुछ मिंटां विच उहनां दी व्याख्या करांगा भी नाम नूं किहड़ी चीज़ विच पाउणा। पहला भांडा लभ लईए, नहीं ते नाम ते साध संगत जी कलगियां वाले नूं किसे पुछया सी किन्ना कू, कहन लगे एक चीत जे एक छिन ध्यायो काल फांस के बीच ना आयो। नाम ते एक बारी अंदर चला गया उन्हें रंग ला देना। गल ये भांडा किथे? वो भांडा लिया पहले जदों अकाल पुरख दे दर ते गए ते जन्म साखी विच उहदा वर्णन आउंदा। उहदे विच कहंदे ने अकाल पुरख वाहिगुरू वल्लों तब नाम का प्याला भर कर आया। ये शब्द लिखे हुए ने। हुण उस देश दे विच, उस दुनिया विच भांडे किवें दे सन, देश किवें दा सी ते गुरु जाने।
ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਸਿਰਫ ਸਿੱਖ ਮੰਨਦਾ ਹੈ, ਉਹਦੇ ਸਬੂਤ ਨਹੀਂ ਮੰਗਦਾ। ਖਿਆਲ ਰੱਖੋ, ਸਿਰਫ ਮੰਨਦਾ ਹੈ। ਸਿੱਖ ਨੇ ਮੰਨਣਾ ਕਿਹੜੀਆਂ ਚੀਜ਼ਾਂ ਨੂੰ ਨਹੀਂ। ਹੁਣ ਇੱਥੇ ਕਈ ਸੱਜਣ ਕਹਿੰਦੇ ਵੀ ਤਰਕ ਨੂੰ ਤੇ ਨਾਲ ਰੱਖਣਾ ਪਏਗਾ। ਸਿੱਖ ਨੇ ਕਿਹੜੀਆਂ ਚੀਜ਼ਾਂ ਨੂੰ ਨਹੀਂ ਮੰਨਣਾ? ਤਰਕ ਹੈ ਸਿੱਖ ਕੋਲ, ਐਸੀ ਗੱਲ ਨਹੀਂ। ਇਹ ਨਹੀਂ ਵੀ ਸਭ ਕੁਝ ਹੀ ਮੰਨੀ ਜਾਣਾ, ਨਹੀਂ। ਕਿਹੜੀ ਚੀਜ਼ ਮੰਨੀਏ, ਕਿਹਦੇ ਉੱਤੇ ਭਰੋਸਾ ਕਰੀਏ ਕਿ ਸਬੂਤ ਨਾ ਵੀ ਹੋਵੇ ਤੇ ਮੰਨੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਤੇ ਜਿਹਨੂੰ 10-12 ਸ਼ਬਦ ਸਿੱਧ ਕਰ ਦੇਣ ਜਿਸ ਗੱਲ ਨੂੰ, ਉਸ ਚੀਜ਼ ਉੱਤੇ ਸਿੱਖ ਨੂੰ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ, ਸ਼ੰਕੇ ਵਿੱਚ ਨਹੀਂ ਜਾਣਾ ਚਾਹੀਦਾ। ਤੇ ਜਿਹੜੀ ਚੀਜ਼ ਨੂੰ ਬਾਣੀ ਸਿੱਧ ਨਹੀਂ ਕਰਦੀ, ਸਿੱਖ ਉਹਨੂੰ ਕਦੀ ਨਹੀਂ ਮੰਨੇਗਾ। ਹੁਣ ਅਕਾਲ ਪੁਰਖ ਵਾਹਿਗੁਰੂ ਵੱਲੋਂ ਨਾਮ ਕਾ ਪਿਆਲਾ ਭਰ ਕਰ ਆਇਆ। ਪਿਆਲਾ, ਪਿਆਲਾ ਸ਼ਬਦ ਦੇ ਅਰਥ ਨੇ ਭਾਂਡਾ। ਤੇ ਬਾਣੀ ਵਿੱਚ ਸ਼ਬਦ ਪੜੋ, ਕਈ ਥਾਵਾਂ ਤੇ ਪਿਆਲੇ ਦੇ ਭਾਂਡੇ ਦੇ ਸ਼ਬਦ ਆਉਂਦੇ। ਭਾਈ ਗੁਰਦਾਸ ਜੀ ਨੇ ਤੇ 5 ਗੁਰੂਆਂ ਦੇ ਸਰੀਰਾਂ ਨੂੰ ਹੀ 5 ਪਿਆਲੇ ਕਹਿ ਦਿੱਤਾ। ਉਹ ਕਹਿੰਦੇ 5 ਪਿਆਲੇ 5 ਪੀਰ। ਪਿਆਲੇ ਦਾ ਮਤਲਬ ਇਹ ਹੁੰਦਾ ਹੈ ਜਿਹਦੇ ਵਿੱਚ ਪਾ ਕੇ ਚੀਜ਼ ਪੀਤੀ ਜਾਂਦੀ ਹੈ। ਗੁਰੂ ਨੇ ਸ਼ਬਦ ਦਾ ਪਿਆਲਾ ਬਣਾ ਕੇ ਸਿੱਖ ਨੂੰ ਦਿੱਤਾ ਵੀ ਇਹਦੇ ਵਿੱਚ ਰੱਬ ਦਾ ਪ੍ਰੇਮ ਪਾ ਕੇ ਪੀ। ਬਾਣੀ ਵਿੱਚ ਹੋਰ ਤੁਸੀਂ ਬਚਨ ਸੁਣੋਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਉੱਥੇ ਭਾਂਡੇ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਗਏ, ਨਾਮ ਕਾ ਪਿਆਲਾ ਭਰ ਕਰ ਆਇਆ, ਗੁਰੂ ਨਾਨਕ ਤਸਲੀਮ ਕੀਆ। ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨ ਕਰ ਲਏ। ਪਰਮੇਸ਼ਰ ਵੱਲੋਂ ਆਗਿਆ ਹੋਈ ਕਿ ਨਾਨਕ ਇਹ ਮੇਰੇ ਨਾਮ ਕਾ ਪਿਆਲਾ ਹੈ, ਆਪ ਪੀਓ ਤੇ ਲੋਕਾਂ ਤਾਈਂ ਪਿਆਓ। ਇਹ ਹੁਕਮ ਹੋਇਆ ਪਹਿਲਾ ਗੁਰੂ ਨਾਨਕ ਸਾਹਿਬ ਜੀ ਨੂੰ, ਸਭ ਤੋਂ ਪਹਿਲਾਂ। ਇੱਕ ਹੋਰ ਬਚਨ ਅਕਾਲ ਪੁਰਖ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀਤਾ। ਉਹ ਬਚਨ ਸੀ ਨਾਨਕ ਮੇਰਾ ਨਾਮ ਪਰਮੇਸ਼ਰ। ਅਕਾਲ ਪੁਰਖ ਦੇ ਸ਼ਬਦ ਲਿਖੇ ਨੇ। ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਭਾਸ਼ਾ ਵਿੱਚ ਕਹਿੰਦੇ, ਹੈ ਨਾਨਕ ਮੇਰਾ ਨਾਮ ਪਰਮੇਸ਼ਰ। ਮੇਰਾ ਤੇ ਨਾਮ ਪਰਮੇਸ਼ਰ ਹੈ ਇਕੱਲਾ, ਪਰ ਤੇਰਾ ਨਾਮ ਮੈਂ ਗੁਰੂ ਪਰਮੇਸ਼ਰ ਕੀਆ। ਤੈਨੂੰ ਮੈਂ 2 ਅਹੁਦੇ ਦੇ ਦਿੱਤੇ ਨੇ, ਤੂੰ ਪਰਮੇਸ਼ਰ ਵੀ ਹੈ ਤੇ ਤੂੰ ਗੁਰੂ ਵੀ ਹੈ। 2 ਅਹੁਦੇ ਦੇ ਦਿੱਤੇ, ਕਿਉਂਕਿ ਹੈ ਤਾਂ ਪਰਮੇਸ਼ਰ ਹੀ ਵੱਡਾ, ਪਰ ਯਾਦ ਰੱਖੀਏ ਗੁਰੂ ਵਿੱਚ ਕੀ ਵਿਸ਼ੇਸ਼ਤਾ ਹੈ? 2 ਅਹੁਦੇ। ਗੁਰੂ ਵਿੱਚ ਵਿਸ਼ੇਸ਼ਤਾ ਹੈ ਗੁਰੂ ਸਾਡੀ ਭਾਸ਼ਾ ਵੀ ਜਾਣਦਾ ਹੈ ਤੇ ਪਰਮੇਸ਼ਰ ਦੀ ਭਾਸ਼ਾ ਵੀ ਜਾਣਦਾ। ਸਾਡੀ ਅਰਦਾਸ ਸੁਣੀ, ਹੁਣ ਸਾਨੂੰ ਰੱਬ ਦੀ ਭਾਸ਼ਾ ਦਾ ਪਤਾ ਨਹੀਂ, ਉਹਦੀ ਤੇ ਭਾਸ਼ਾ ਜਿਹੜੀ ਭਾਖਿਆ ਭਾਉ ਅਪਾਰ, ਸਾਨੂੰ ਉਹਦੀ ਬੋਲੀ ਕਿੱਥੇ ਆਉਂਦੀ? ਉਹਦੀ ਤੇ ਭਾਸ਼ਾ ਪ੍ਰੇਮ ਹੈ। ਪ੍ਰੇਮ ਤੱਕ ਅਸੀਂ ਅਜੇ ਪੜ੍ਹੇ ਨਹੀਂ, ਸਾਡੇ ਕੋਲ ਤੇ ਸੰਸਾਰੀ ਸ਼ਬਦ ਨੇ। ਤੇ ਸਤਿਗੁਰੂ ਵਿੱਚ ਕੀ ਕਰਦੇ ਨੇ ਵੀ ਉਹ ਸਾਡੀ ਭਾਸ਼ਾ, ਆਮ ਭਾਸ਼ਾ ਵੀ ਬੋਲਦੇ ਨੇ ਤੇ ਸੁਣ ਲੈਂਦੇ, ਸਮਝ ਲੈਂਦੇ। ਸਾਡੀ ਅਰਦਾਸ ਸੁਣੀ, ਅੱਗੇ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਡੀ ਅਰਦਾਸ ਭੇਜ ਦਿੱਤੀ। ਫਿਰ ਅਕਾਲ ਪੁਰਖ ਵੱਲੋਂ ਜੋ ਹੁਕਮ ਹੋਇਆ, ਵਾਪਸ ਆ ਕੇ ਸਾਨੂੰ ਦੱਸ ਦਿੱਤਾ ਵੀ ਜਿਹੜੀ ਚੀਜ਼ ਤੂੰ ਮੰਗਦਾ ਪਿਆ, ਇੱਕ ਤਾਂ ਉਹਦੀ ਤਸਵੀਰ ਇਸ ਤਰ੍ਹਾਂ ਦੀ ਹੈ, ਧਿਆਨ ਦੇਣ। 2 ਗੱਲਾਂ ਦੱਸਦੇ ਸਤਿਗੁਰੂ ਜਿਹੜੀਆਂ ਚੀਜ਼ਾਂ ਅਸੀਂ ਮੰਗਦੇ। ਇੱਕ ਤੇ ਜਿਹੜੀ ਤੂੰ ਚੀਜ਼ ਮੰਗਣਾ ਬਾਹਰੋਂ ਵੇਖਣ ਨੂੰ ਭਾਵੇਂ ਸੋਹਣੀ ਲੱਗਦੀ ਹੈ, ਪਰ ਉਹਦੀ ਤਸਵੀਰ ਜਿਹੜੀ ਜੀਵਨ ਨੂੰ ਸਾੜਨ ਵਾਲੀ ਮਾਇਆ ਜਿਹੜੀ ਹੈ। ਇਹ ਉਪਦੇਸ਼ ਮਿਲੇਗਾ ਗੁਰੂ ਗ੍ਰੰਥ ਸਾਹਿਬ ਪਾਸੇ। ਜਿਹੜੀ ਚੀਜ਼ ਤੂੰ ਲੋੜ ਤੋਂ ਵੱਧ ਮੰਗੀ ਜਾਂਦਾ ਨਾ, ਹਰ ਇੱਕ ਚੀਜ਼ ਦੇ 2 ਰੂਪ ਹੁੰਦੇ। ਉਹਦਾ ਬਾਹਰਲਾ ਸਰੂਪ ਤੇ ਬੜਾ ਸੋਹਣਾ ਹੈ, ਜਿਵੇਂ ਇੱਕ ਬੱਚਾ ਅੱਗ ਵੱਲ ਵੇਖ ਕੇ ਭੱਜਦਾ, ਬਾਹਰੋਂ ਸੋਹਣੀ ਲੱਗਦੀ, ਰੰਗ ਬਸੰਤਰੀ ਹੈ, ਪਰ ਉਹਨੂੰ ਉਹਦੀ ਤਸਵੀਰ ਬਾਰੇ ਪਤਾ ਨਹੀਂ, ਕਿਉਂਕਿ ਅਜੇ ਨਵਾਂ ਜਨਮਿਆ ਧਰਤੀ ਤੇ ਉਹ ਅੱਗ ਦੇ ਗੁਣ ਬਾਰੇ ਨਹੀਂ ਜਾਣਦਾ, ਸੁਭਾਅ ਬਾਰੇ ਨਹੀਂ ਜਾਣਦਾ, ਬਾਹਰੋਂ ਵੇਖ। ਇਹ ਸਾਡੀ ਹਾਲਾਤ ਹੈ। ਸੰਸਾਰ ਦੇ ਪਦਾਰਥਾਂ ਦੇ ਸੁਭਾਅ ਬਾਰੇ ਨਹੀਂ ਅਸੀਂ ਜਾਣਦੇ, ਸਿਰਫ ਸਰੂਪ ਬਾਰੇ ਜਾਣਦੇ। ਮੈਂ ਥੋੜੀ ਜਿਹੀ ਬੇਨਤੀ ਕਰਦੇ ਹਾਂ, ਵਾਰ-ਵਾਰ ਤੁਸੀਂ ਸਟੇਜਾਂ ਤੇ ਸੁਣੋਗੇ ਮਾਇਆ ਤੋਂ ਬਚ ਕੇ ਰਹੋ, ਮਾਇਆ ਬੜੀ ਭੈੜੀ ਹੈ। ਫਿਰ ਆਖਰ ਨੂੰ ਅਰਦਾਸਾਂ ਸਾਰੀਆਂ ਮਾਇਆ ਦੀਆਂ ਹੁੰਦੀਆਂ। ਕਾਰਨ ਕੀ ਹੈ? ਅਸੀਂ ਬੜਾ ਨਿੰਦਿਆ ਕਰਨੇ ਆ ਮਾਇਆ ਦੀ, ਪਰ ਕੀ ਕਹਿਣ ਵਾਲੇ ਤੇ ਕਈ ਸੁਣਨ ਵਾਲੇ, ਸਾਰਿਆਂ ਦਾ ਧਿਆਨ ਤੇ ਉੱਥੇ ਟਿਕਿਆ ਹੁੰਦਾ ਨਾ। ਗੁਰੂ ਸਾਹਿਬ ਨੇ ਕਿਹਾ ਮਾਇਆ ਤੂੰ ਛੱਡਣੀ ਨਹੀਂ। ਮਾਇਆ ਦੇ ਤੂੰ ਹਰ ਇੱਕ ਚੀਜ਼ ਨੂੰ ਵੇਖੀ, ਉਹਦੀਆਂ 2 ਪੁਆਇੰਟ ਨੇ, ਉਹਦੇ 2 ਹਿੱਸੇ ਨੇ। ਇੱਕ ਉਹਦਾ ਸਰੂਪ ਹੁੰਦਾ ਹੈ,
ਇੱਕ ਉਹਦਾ ਸੁਭਾਅ ਹੁੰਦਾ ਹੈ, ਜਿਵੇਂ ਅੱਗ ਦਾ ਇੱਕ ਸਰੂਪ ਹੈ, ਉਹ ਬਸੰਤਰੀ ਰੰਗ ਦੀ, ਉਹ ਸਿਰਫ ਉਹਦੀ ਤਸਵੀਰ ਹੈ, ਬੜੀ ਸੋਹਣੀ, ਜਦੋਂ ਦੂਰੋਂ ਬਲਦੀ ਵੇਖਾਂਗੇ ਤੇ ਬੜਾ ਸੋਹਣਾ ਰੰਗ ਲੱਗੇ, ਪਰ ਸੁਭਾਅ ਉਹਦਾ ਵੱਖਰਾ ਹੈ, ਵੇਖਣ ਵਿੱਚ ਸੋਹਣੀ ਲੱਗਦੀ ਹੈ, ਪਰ ਜਦੋਂ ਤੁਸੀਂ ਅੱਗ ਨੂੰ ਜਾ ਕੇ ਥੋੜਾ ਜਿਹਾ ਨੇੜੇ ਹੱਥ ਪਾਓਗੇ ਸਾੜ ਕੇ ਸੁਆਹ ਕਰ ਦੇਗੀ। ਸੁਭਾਅ ਵੱਖਰਾ, ਜਿਵੇਂ ਬਰਫ਼ ਹੈ, ਉਹਦਾ ਸਰੂਪ ਚਿੱਟਾ ਹੈ, ਉਹਨੂੰ ਤੇ ਹੱਥ ਵੀ ਲਾਓ ਤਾਂ ਵੀ ਠੰਡੀ ਲੱਗਦੀ, ਪਰ ਬਰਫ਼ ਨੂੰ ਖਾ ਲਓ, ਬਰਫ਼ ਦੀ ਤਸੀਰ ਗਰਮ ਹੁੰਦੀ ਹੈ, ਤਸੀਰ ਹੋਰ, ਸਰੂਪ ਵੱਖਰਾ। ਇਸੇ ਤਰ੍ਹਾਂ ਜਗਤ ਦੇ ਅੰਦਰ ਜਿੰਨੀਆਂ ਚੀਜ਼ਾਂ ਨੇ, ਇਹਨਾਂ ਦਾ ਸਾਨੂੰ ਸਿਰਫ ਜੇ ਇਸ ਅੱਖ ਨਾਲ ਵੇਖਾਂਗੇ ਤੇ ਇਕੱਲਾ ਰੂਪ ਦਿਸੇਗਾ, ਸਰੂਪ ਦਿਸੇਗਾ, ਸੁਭਾਅ ਦਾ ਪਤਾ ਨਹੀਂ ਲੱਗੇਗਾ। ਸੁਭਾਅ ਦਾ ਪਤਾ ਉਹਨੂੰ ਲੱਗੇਗਾ ਜਿਹਨੇ ਉਹਨੂੰ ਵੇਖਿਆ। ਜਿਵੇਂ ਇੱਕ ਬੱਚਾ 1 ਸਾਲ ਦਾ ਹੈ, ਉਹਦੇ ਵਾਸਤੇ ਅੱਗ ਇੱਕ ਫੁੱਲ ਹੈ, ਕਿਉਂਕਿ ਉਹਦਾ ਰੰਗ ਗੁੱਟੇ ਦੇ ਫੁੱਲ ਵਰਗਾ ਹੈ, ਉਹ ਫੁੱਲ ਸਮਝ ਕੇ ਉਧਰ ਨੂੰ ਭੱਜੇਗਾ। ਪਰ ਉਸ ਅੱਗ ਦੇ ਸੁਭਾਅ ਦੇ ਬਾਰੇ ਉਹਦੀ ਮਾਂ ਜਾਣਦੀ ਹੈ, ਕਿਉਂਕਿ ਉਹਨੇ ਅੱਗ ਦੇ ਕੋਲ ਬਹਿ ਕੇ ਕਈ ਵਾਰੀ ਕੰਮ ਕੀਤਾ ਹੈ। ਉਹ ਫਿਰ ਆਪਣੇ ਬੱਚੇ ਨੂੰ ਦੱਸੇਗੀ ਵੀ ਜਦੋਂ ਇਹਦੇ ਨੇੜੇ ਜਾਈਦਾ ਹੈ ਉਦੋਂ ਇਹ ਸਾੜ ਦਿੰਦੀ ਹੈ, ਤੇ ਉਹ ਬੱਚੇ ਨੂੰ ਉਹਦਾ ਸੁਭਾਅ ਦੱਸ ਦੇਗੀ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਜਿੰਨਾ ਪਦਾਰਥ ਹੈ, ਸਾਨੂੰ ਸਿਰਫ ਉਹਦੇ ਰੂਪ ਬਾਰੇ ਪਤਾ ਹੈ, ਤੇ ਰੂਪ ਨੂੰ ਹੀ ਵੇਖ ਕੇ ਅਸੀਂ ਪਦਾਰਥ ਮੰਗਨੇ ਆ। ਪਰ ਸਤਿਗੁਰੂ ਕਹਿੰਦੇ ਤੂੰ ਪਦਾਰਥ ਤੇ ਮੰਗੀ ਜਾਂਦਾ ਹੈ, ਮੇਰੇ ਕੋਲੋਂ ਲਈ ਤੇ ਜਾਂਦਾ ਹੈ, ਇਹ ਤੇ ਪੁੱਛ ਜਾ ਇਹਦੀ ਵਰਤੋਂ ਕਿੱਦਾਂ ਕਰਨੀ ਹੈ ਜਾ ਕੇ ਕਰ। ਕਿਉਂਕਿ ਜਿੰਨੀਆਂ ਚੀਜ਼ਾਂ ਅਸੀਂ ਬਾਜ਼ਾਰ ਵਿੱਚੋਂ ਖਰੀਦਨੇ ਆ, ਗੱਡੀ ਖਰੀਦੀ ਏਜੰਸੀ ਵਿੱਚੋਂ, ਤੇ ਪਹਿਲਾਂ ਉਹਨੂੰ ਕਹਿੰਦੇ ਆ ਜੀ ਡਰਾਈਵਿੰਗ ਸਿਖਾਓ, ਕਿਵੇਂ ਚਲਾਉਣੀ ਹੈ। ਪਰ ਇਸ ਮਾਰਗ ਦੇ ਉੱਤੇ ਧਨ ਜਦੋਂ ਮਨੁੱਖ ਮੰਗਦਾ ਹੈ, ਧਨ ਮੰਗ ਤੇ ਲੈਂਦਾ, ਪਰ ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹਦੇ ਬਾਰੇ ਸੁਣਨ ਨੂੰ ਤਿਆਰ ਨਹੀਂ ਹੈ। ਉਹਨੂੰ ਨਹੀਂ ਸੁਣਦਾ, ਇਸ ਕਰਕੇ ਜੀਵਨ ਦੇ ਵਿੱਚ ਉਹ ਮੰਗੀਆਂ ਹੋਈਆਂ ਚੀਜ਼ਾਂ ਹੀ ਸਾਡੇ ਜੀਵਨ ਦਾ ਸੰਗਲ ਬਣ ਜਾਂਦੀਆਂ, ਸਾਨੂੰ ਰੋਕ ਲੈਂਦੀਆਂ, ਦੁੱਖ ਦਿੰਦੀਆਂ, ਉਹ ਰਸਤੇ ਦੀ ਰੁਕਾਵਟ ਬਣ ਜਾਂਦੀਆਂ ਨੇ। ਤੇ ਸਤਿਗੁਰੂ ਨੇ ਸਾਨੂੰ ਦੋਵੇਂ ਚੀਜ਼ਾਂ ਦੱਸੀਆਂ, ਦੋਵੇਂ ਵਸਤੂਆਂ ਵੱਲ ਧਿਆਨ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਗਏ ਅਕਾਲ ਪੁਰਖ ਦੇ ਦਰ ਤੇ, ਅਕਾਲ ਪੁਰਖ ਵਾਹਿਗੁਰੂ ਨੇ ਕਿਹਾ, ਨਾਨਕ ਮੇਰਾ ਨਾਮ ਪਰਮੇਸ਼ਰ, ਪਰ ਤੇਰਾ ਨਾਮ ਮੈਂ ਗੁਰੂ ਪਰਮੇਸ਼ਰ ਕੀਆ। ਤੂੰ ਪਰਮੇਸ਼ਰ ਵੀ ਹੈ ਤੇ ਤੂੰ ਗੁਰੂ ਵੀ ਹੈ, ਦੋਵੇਂ ਚੀਜ਼ਾਂ ਤੈਨੂੰ ਸੌਂਪੀਆਂ। ਇਹ ਨਾਮ ਅੰਮ੍ਰਿਤ ਦਾ ਪਿਆਲਾ ਹੈ, ਇਹਨੂੰ ਆਪ ਪੀਓ ਤੇ ਲੋਕਾਂ ਤਾਈਂ ਪਿਆਓ। ਜਦੋਂ ਇਹ ਸ਼ਬਦ ਕਹੇ ਨਾ ਬਈ ਮੈਂ ਤੁਹਾਨੂੰ ਨਾਮ ਸੌਂਪਿਆ, ਜਾਓ ਲੋਕਾਂ ਨੂੰ ਦੱਸੋ। ਤੇ ਇਹ ਵੀ ਆਗਿਆ ਹੋਈ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਜਿੰਨੇ ਵੀ ਮੈਂ ਲੋਕ ਭੇਜਣਾ ਇਸ ਧਰਤੀ ਤੇ ਜ਼ਮੀਨ ਤੇ, ਮੇਰੀਆਂ ਉਹਨਾਂ ਕੋਲ ਸ਼ਕਤੀਆਂ ਤੇ ਹੁੰਦੀਆਂ ਨੇ, ਉਹਨਾਂ ਸ਼ਕਤੀਆਂ ਦੀ ਵਰਤੋਂ ਕਰਕੇ ਉਹ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੰਦੇ ਨੇ, ਤੇ ਮੇਰੀ ਗੱਲ ਵਿੱਚੋਂ ਨਿਕਲ ਜਾਂਦੀ। ਬਸ ਇਹ ਫਰਕ ਹੈ ਸਾਧ ਸੰਗਤ ਜੀ, ਧਰਮ ਦੇ ਮਾਰਗ ਦੇ ਦੋ ਮੋੜ ਜਾਂਦੇ ਨੇ, ਇੱਕ ਸ਼ਕਤੀ ਤੇ ਇੱਕ ਪ੍ਰੇਮ। ਕੋਈ ਵੀ ਰਾਹ ਹੈ, ਤੁਸੀਂ ਬਾਣੀ ਪੜੋ, ਭਾਵੇਂ ਦੂਸਰੇ ਧਰਮਾਂ ਦੀ ਗੱਲ ਛੱਡੋ, ਬਾਣੀ ਪੜ੍ਹੀ ਜਾਈਏ, ਇੱਕ ਥਾਂ ਤੇ ਜਾ ਕੇ ਦੋ ਰਸਤੇ ਆ ਜਾਣਗੇ। ਇੱਕ ਰਾਹ ਹੋਵੇਗਾ ਸ਼ਕਤੀ ਦਾ, ਇੱਕ ਰਾਹ ਹੋਵੇਗਾ ਪ੍ਰੇਮ ਦਾ। ਸ਼ਕਤੀ ਦਾ ਅਰਥ ਹੈ ਜਦੋਂ ਸ਼ਬਦ ਦੀ ਅਰਾਧਨਾ ਕਰਨੀ, ਤਾਕਤ ਤੇ ਉਹਨੇ ਪੈਦਾ ਕਰ ਦੇਣੀ। ਹੁਣ ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ 10 ਪਾਤਸ਼ਾਹਾਂ ਤੇ ਭਰੋਸਾ ਹੈ, ਤੇ ਫਿਰ ਤੇ ਉਹ ਗੁਰੂ ਅਮਰਦਾਸ ਜੀ ਤੋਂ ਸਿੱਖ ਲਏਗਾ ਵੀ ਸ਼ਕਤੀ ਨੂੰ ਹੁਣ ਪ੍ਰੇਮ ਵਿੱਚ ਬਦਲਣਾ ਹੈ, ਤੇ ਨਹੀਂ ਤੇ ਬਸ ਇਸੇ ਦੁਨੀਆ ਵਿੱਚ ਫਸ ਜਾਏਗਾ ਵੀ ਮੈਂ ਫਲਾਣੇ ਨੂੰ ਇਹ ਗੱਲ ਆਖੀ ਉਹ ਵੀ ਸੱਚ ਹੋ ਗਈ, ਦੂਜੇ ਨੂੰ ਇਹ ਕਿਹਾ ਇਹ ਵੀ ਸੱਚ ਹੋ ਗਿਆ। ਇਹਨਾਂ ਰਸਾਂ ਵਿੱਚ ਬੈ ਕੇ ਉਹ ਗੁਰਮਤਿ ਦੇ ਮਾਰਗ ਤੋਂ ਪਾਸੇ ਚਲਾ ਜਾਏ। ਦੂਸਰਾ ਮਾਰਗ ਹੈ ਪ੍ਰੇਮ ਦਾ। ਪ੍ਰੇਮ ਦੇ ਮਾਰਗ ਤੇ ਜਦੋਂ ਜਾਏਗਾ, ਜਿਵੇਂ ਕਿ ਗੁਰਮਤਿ ਦੇ ਦਾਇਰੇ ਦੇ ਵਿੱਚ ਰਹਿਣ ਵਾਲੇ ਮਹਾਂਪੁਰਸ਼ ਹੋਏ ਨੇ, ਤਾਕਤ ਉਹਨਾਂ ਵਿੱਚ ਵੀ ਸੀ, ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਤਾਕਤ ਤੇ ਹੈ ਸੀ, ਪਰ ਉਸ ਤਾਕਤ ਦੀ ਵਰਤੋਂ ਆਪਣੀ ਮਰਜ਼ੀ ਨਾਲ ਨਹੀਂ ਸਨ ਕਰਦੇ। ਉਹ ਜਿੰਨਾ ਚਿਰ ਗੁਰੂ ਦੇ ਹੁਕਮ ਤੋਂ ਬਾਹਰ ਗੱਲ ਹੁੰਦੀ ਸੀ, ਆਪਣੇ ਆਪ ਨੂੰ ਲੁਕਾ ਕੇ ਰੱਖਦੇ ਸੀ, ਉਹ ਪ੍ਰੇਮ ਵਿੱਚ ਚਲੇ ਗਏ। ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਨਾਮ ਦੀ ਦਾਤ ਦਿੱਤੀ ਨਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਫਿਰ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਵੀ ਤੁਸੀਂ ਪਦਾਰਥ ਤੇ ਦੇ ਦਿੱਤਾ ਨਾਮ, ਇਹ ਬਹੁਤ ਵੱਡਾ ਪਦਾਰਥ ਹੈ, ਪਰ ਇਹਦੇ ਵਾਸਤੇ ਮੈਨੂੰ ਭਾਂਡਾ ਤੇ ਦਿਓ ਜਿਹਦੇ ਵਿੱਚ ਮੈਂ ਆਪ ਪਾ ਕੇ ਰੱਖਣਾ, ਤੇ ਜਦੋਂ ਆਪਣੇ ਸਿੱਖਾਂ ਨੂੰ ਦਿਆਂਗਾ ਉਹਨਾਂ ਨੂੰ ਨਾਲ ਭਾਂਡਾ ਵੀ ਤੇ ਚਾਹੀਦਾ ਹੈ।
ਭਾਂਡੇ ਤੋਂ ਬਿਨਾਂ ਰੱਖਣਗੇ ਕਿੱਥੇ? ਕਿਉਂਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹੈ ਸ਼ਬਦ ਜਿਹੜਾ ਹੈ। ਖਿਆਲ ਰੱਖੋ, ਨਾਮ ਜਿੰਨੀ ਤਾਕਤ ਹੋਰ ਕਿਸੇ ਚੀਜ਼ ਵਿੱਚ ਨਹੀਂ ਦੁਨੀਆ ਤੇ ਸਤਿਗੁਰੂ ਨੇ ਕਿਹਾ ਵੀ ਜੇ ਤੁਸੀਂ ਮੈਨੂੰ ਨਾਮ ਦੀ ਦਾਤ ਦੇਣ ਲੱਗੇ ਹੋ ਤੇ ਨਾਲੇ ਹੁਕਮ ਪੈ ਕਰਦੇ ਹੋ ਵੀ ਜਾ ਕੇ ਇਸ ਲੋਕਾਂ ਦੇ ਵਿੱਚ ਵਰਤਾਉਣਾ ਹੈ ਔਰ ਇਹਦਾ ਪ੍ਰਚਾਰ ਕਰਨਾ ਹੈ ਇਸ ਨਾਮ ਦਾ ਵੀ ਇੱਕ ਪਰਮਾਤਮਾ ਤੇ ਉਹਦੇ ਨਾਮ ਨਾਲ ਜੁੜਨਾ ਹੈ। ਕਿਉਂਕਿ ਪਹਿਲੇ ਜਿੰਨੇ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ ਜਿਨ ਤਨਿਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ। ਜਿਹਨੇ ਥੋੜੀ ਜਿਹੀ ਤਾਕਤ ਪਾ ਲਈ ਉਹਨੇ ਆਪਣੀ ਰਾਹ ਚਲਾ ਦਿੱਤਾ ਵਕਤ। ਰੱਬ ਦੀ ਗੱਲ ਪਾਸੇ ਕਰ ਦਿੱਤੀ, ਇੱਕ ਦੀ ਗੱਲ ਪਾਸੇ ਕਰ ਦਿੱਤੀ। ਇਸ ਕਰਕੇ ਕਲਗੀਧਰ ਪਾਤਸ਼ਾਹ ਜਦੋਂ ਇਸ ਧਰਤੀ ਤੇ ਆਏ ਉਹਨਾਂ ਨੇ ਇੱਕ ਨਵੀਂ ਗੱਲ ਕਰ ਦਿੱਤੀ। ਕਹਿਣ ਲੱਗੇ ਮੈਂ ਕੋਈ ਗੁਰੂ ਨਹੀਂ, ਕੋਈ ਰੱਬ ਨਹੀਂ। ਆਪਣੇ ਮੂੰਹੋਂ ਉਹਨਾਂ ਨੇ ਕਿਹਾ, ਸਗੋਂ ਉਹਨਾਂ ਨੇ ਇਸ ਗੱਲ ਨੂੰ ਪਰਪੱਕ ਕੀਤਾ ਤੇ ਸਿੱਖਾਂ ਨੂੰ ਥੋੜਾ ਜਿਹਾ ਟੰਚ ਵੀ ਲਾ ਦਿੱਤਾ ਕਿ ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ। ਹੁਣ ਇਹਦੇ ਉੱਤੇ ਬੜੇ ਗੁਰਸਿੱਖ ਸਵਾਲ ਕਰਦੇ ਵੀ ਫਿਰ ਗੁਰੂ ਗੋਬਿੰਦ ਸਿੰਘ ਨੂੰ ਰੱਬ ਨਾ ਸਮਝੀ। ਗੁਰੂ ਤੇ ਰੱਬ ਹੀ ਹੈ। ਬਾਣੀ ਪੜ੍ਹ ਕੇ ਵੇਖੋ, ਗੁਰ ਪਰਮੇਸ਼ਰ ਇੱਕੋ ਜਾਣ, ਇੱਕੋ ਹੀ ਹੈ। ਪਰ ਸਤਿਗੁਰੂ ਨੇ ਵੇਖਿਆ ਵੀ ਮੇਰੇ ਸਿੱਖ ਕਿਤੇ ਪਹਿਲੇ ਜਿਵੇਂ ਦੇਵਤਿਆਂ ਨੂੰ ਹਿੰਦੂ ਲੋਕ ਪੂਜਦੇ ਰਹੇ ਸਨ, ਉਹਨਾਂ ਦੀਆਂ ਮੂਰਤੀਆਂ ਬਣਾ ਕੇ ਤੇ ਮੇਰੀ ਵੀ ਨਾ ਪੂਜਾ ਕਰ ਦੇਣ, ਸ਼ਬਦ ਪਾਸੇ ਕਰ ਦੇਣ, ਪਰਮਾਤਮਾ ਦੀ ਗੱਲ ਨਿਕਲ ਜਾਏ, ਸ਼ਬਦ ਨੂੰ ਗੁਰਬਾਣੀ ਨੂੰ ਪਾਸ ਕਰ ਦੇਣ, ਕਿਤੇ ਸਾਈਡ ਤੇ ਕਰ ਦੇਣ। ਇਸ ਕਰਕੇ ਉਹਨਾਂ ਨੇ ਪਰਪੱਕ ਕਰਾਇਆ। ਆਪਣੀ ਬਾਣੀ ਦੇ ਵਿੱਚ ਬਚਨ ਕਹੇ, ਮੋਕੋ ਦਾਸ ਤਵਨ ਕਾ ਜਾਨੋ, ਮੋਕੋ ਦਾਸ ਤਵਨ ਕਾ ਜਾਨੋ, ਮੋਕੋ ਦਾਸ ਤਵਨ ਕਾ ਜਾਨੋ, ਮੋਕੋ ਦਾਸ ਤਵਨ ਕਾ ਜਾਨੋ। ਬੜੇ ਸਰਲ ਸ਼ਬਦ ਨੇ, ਦਸਮ ਪਾਤਸ਼ਾਹ ਦੀ ਬਾਣੀ ਹੈ ਔਰ ਬਚਿੱਤਰ ਨਾਟਕ ਵਿੱਚ ਸੁਸ਼ੋਭਿਤ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਜਗਤ ਦਾ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਇਹ ਸਾਰਾ ਦੱਸਦੇ ਨੇ। ਸਰਲ ਸ਼ਬਦ ਨੇ ਪਰ ਆਪ ਜੀ ਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਕਿਉਂਕਿ 2 4 5 7 ਸਿੰਘ ਬੋਲਦੇ ਨੇ, ਬਾਕੀ ਵੇਖੀ ਜਾਂਦੇ ਇੱਕ ਦੂਜੇ ਵੱਲ। ਇਸ ਬਾਣੀ ਨੂੰ ਸਾਰੇ ਪੜ੍ਹੀਏ, ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। मैं हूँ परम पुरख को दासा, 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 मैं हूँ परम देखण आयो जगत तमाशा, देखण आयो जगत तमाशा, देखण आयो जगत तमाशा, देखण आयो जगत तमाशा। मैं हूँ परम पुरख को दासा, मैं हूँ परम पुरख को दासा, मैं हूँ परम पुरख को दासा, मैं हूँ परम पुरख को दासा। दसां ही पातशाहियां ने ਭਾਵੇਂ ਕਿ ਗੁਰਸਿੱਖਾਂ ਨੇ ਆਪਣੇ ਮਨ ਵਿੱਚੋਂ ਕਦੀ ਵੀ ਆਪਣੇ 10 ਗੁਰੂ ਸਾਹਿਬਾਨ ਦੀ ਯਾਦ ਨਹੀਂ ਕੱਢੀ ਅੱਜ ਤੱਕ ਵੀ, ਪਰ ਸਤਿਗੁਰੂ ਨੇ ਆਪਣੇ ਵੱਲੋਂ ਦੋਵਾਂ ਪਾਸਿਓਂ ਥੋੜਾ ਜਿਹਾ ਸਾਨੂੰ ਜਗਾ ਕੇ ਵੀ ਰੱਖਿਆ ਵੀ ਤੁਸੀਂ ਉਸ ਚੀਜ਼ ਨਾਲ ਜੁੜਨਾ ਜਿਹਦੇ ਨਾਲ ਤੁਹਾਨੂੰ ਅਸੀਂ ਜੋੜਨ ਵਾਸਤੇ ਆਏ। ਉਹ ਅਕਾਲ ਪੁਰਖ ਦਾ ਨਾਮ ਹੈ। ਕਹਿੰਦੇ ਜਿਸ ਵਕਤ ਸਤਿਗੁਰਾਂ ਨੇ ਮੰਗਿਆ, ਅਕਾਲ ਪੁਰਖ ਦੇ ਦਰ ਤੇ ਬੇਨਤੀ ਕੀਤੀ, ਜੀ ਇਹ ਨਾਮ ਇੰਨਾ ਵਜਨਦਾਰ ਹੈ, ਇੰਨਾ ਭਾਰਾ ਹੈ ਕਿ ਇਹ ਆਮ ਭਾਂਡੇ ਵਿੱਚ ਟਿਕਣਾ ਨਹੀਂ। ਬੜੇ ਲੋਕ ਇਹਨੂੰ ਜਪਣਗੇ, ਜਪਣਗੇ ਬੜੇ, ਵਸੇਗਾ ਬੜੇ ਲੋਕਾਂ ਦੇ ਘੱਟ ਜੀਵਨ ਵਿੱਚ। ਜਪਣਾ ਹੋਰ ਚੀਜ਼ ਹੈ, ਵਸਣਾ ਹੋਰ ਚੀਜ਼ ਹੈ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਵਸਣਾ ਹੋਰ ਚੀਜ਼। ਆ ਗੁਰੂ ਕੇ ਪਿਆਰੇ ਗੁਰਮੁਖ ਸੰਤ ਜਨ, ਉਹਨਾਂ ਨੂੰ ਕਹਿੰਦੇ ਆ ਜਪਦੇ ਤੇ ਆਪਾਂ ਸਾਰੇ ਆ, ਬਸ ਉਹਨਾਂ ਜਪਿਆ ਤੇ ਉਹਨਾਂ ਚ ਵਸ ਗਿਆ। ਵਸਣ ਦਾ ਮਤਲਬ ਇਹ ਹੁੰਦਾ ਹੈ, ਆਪਾਂ ਕਹਿੰਦੇ ਆ ਫਲਾਣਾ ਆਦਮੀ ਇੱਥੇ ਰਹਿੰਦਾ ਸੀ,
ਰਹਿ ਕੇ ਚਲਾ ਗਿਆ, ਵਸਿਆ ਨਹੀਂ, ਉੱਥੇ ਪੱਕਾ ਨਹੀਂ ਰਿਹਾ। ਦੂਜੇ ਵਾਸਤੇ ਕਹਿੰਦੇ ਆ ਜੀ ਇਹ ਤੇ ਜਮਾਂਦਰੂ ਹੀ ਇੱਥੇ ਵਸਦਾ ਤੇ ਪੱਕਾ ਹੀ ਰਹਿੰਦਾ ਹੈ। ਨਾਮ ਤੇ ਸਾਰਾ ਜਗਤ ਜਪਦਾ, ਪਰ ਨਾਮ ਆਉਂਦਾ ਜਾਂਦਾ ਰਹਿੰਦਾ ਸਾਡੇ ਮਨ ਵਿੱਚ, ਕਦੀ 5 ਮਿੰਟ ਲਈ, ਕਦੀ 10 ਮਿੰਟ ਲਈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਮਨ ਦੇ ਵਿੱਚ ਨਾਮ ਐਸਾ ਘਰ ਬਣਾ ਕੇ ਬਹਿ ਜਾਂਦਾ ਵੀ ਹੋਰ ਕੁਝ ਨਹੀਂ ਉਹਨਾਂ ਦੇ ਅੰਦਰ ਰਹਿੰਦਾ, ਇੱਕੋ ਨਾਮ ਲਗਾਤਾਰ ਰਹਿਣ ਲੱਗ ਪਿਆ, ਇੱਕੋ ਯਾਦ ਲਗਾਤਾਰ ਬਣੀ ਰਹਿੰਦੀ, ਕਦੀ ਅੰਦਰੋਂ ਨਿਕਲਦੀ ਨਹੀਂ। ਅਬ ਇਹ ਪ੍ਰੀਤ ਮਹਾਪਰਬਲ ਭਈ। ਜਿਵੇਂ ਦੋ ਚੀਜ਼ਾਂ ਨੇ ਨਾ, ਇੱਕ ਸੰਸਾਰ ਦੀ ਪ੍ਰੀਤ, ਮਨ ਦਾ ਸੁਭਾਅ ਇਸ ਤਰ੍ਹਾਂ ਦਾ ਜਿਹੜੀ ਚੀਜ਼ ਨੂੰ ਪਕੜ ਲੈ ਉਹਨੂੰ ਇੰਨੀ ਜਲਦੀ ਛੱਡਦਾ ਨਹੀਂ। ਜਿਵੇਂ ਸਾਡੀ ਹਾਲਾਤ ਇਸ ਤਰ੍ਹਾਂ ਦੀ ਹੈ, ਸਾਡੀ ਪ੍ਰੀਤ ਪਰਬਲ ਤੇ ਤਾਕਤਵਰ ਕਾਹਦੀ ਹੈ? ਧਨ ਦੀ, ਵਾਸ਼ਨਾ ਦੀ, ਲੋਭ ਦੀ। ਉਹ ਅੰਦਰੋਂ ਨਿਕਲਦੀ ਨਹੀਂ, ਛੱਡਣੀ ਚਾਹੀਏ ਤਾਂ ਵੀ ਨਹੀਂ ਛੁੱਟਦੀ। ਯਤਨ ਵੀ ਕਰੀਏ ਕਿਉਂਕਿ ਉਹਨੇ ਘਰ ਬਣਾਇਆ ਹੋਇਆ ਅੰਦਰ ਬੜੇ ਸਮੇਂ ਤੋਂ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਬੜਾ ਪੁਰਾਣਾ। ਕਾਲਾ ਹੁਆ ਸਿਆਹੋ ਖੰਦਲੀ ਧੋਤੀ ਉਜਲੀ ਨਾ ਥੀਐ, ਜੇ ਸੋ ਧੋਵਣ ਪਾਹੋ। ਹੁਣ ਕਈ ਵਾਰੀ ਗੁਰਮੁਖ ਕਹਿੰਦੇ ਵੀ ਕੋਈ ਜੁਗਤ ਹੈ ਨਾਮ ਦੀ, ਕੋਈ ਤਰੀਕਾ। ਸਾਧ ਸੰਗਤ ਜੀ ਜੁਗਤ ਸਤਿਗੁਰੂ ਨੇ ਖੋਲ ਕੇ ਦੱਸ ਦਿੱਤੀ ਹੈ। ਨਾਮ ਜਪੋ, ਬਾਣੀ ਪੜੋ, ਸੇਵਾ ਕਰੋ, ਸਰਲ ਹੈ। ਕੁਝ ਤਰੀਕੇ ਨੇ, ਉਦਾਹਰਨਾਂ ਵੀ ਦਿੱਤੀਆਂ, ਪਰ ਗੱਲ ਇਹ ਹੈ ਵੀ ਜਿਹੜੀ ਚੀਜ਼ ਅੰਦਰ ਬੈਠੀ ਹੋਈ ਨਾ, ਉਹ ਪੁਰਾਣੀ ਬੜੀ ਹੈ, ਉਹਨੇ ਸਮਾਂ ਪਾ ਕੇ ਹੀ ਨਿਕਲਣਾ। ਹੁਣ ਇੱਕ ਚੀਜ਼ ਨੂੰ ਅਸੀਂ ਕਈ ਜਨਮਾਂ ਤੋਂ ਕਰੀ ਜਾਂਦੇ, ਅੰਦਰ ਉਹਦਾ ਸੁਭਾਅ ਪੱਕ ਚੁੱਕਾ ਹੈ। ਇੱਕ ਚੀਜ਼ ਨੂੰ ਅਸੀਂ ਹੁਣ ਸ਼ੁਰੂ ਕੀਤਾ ਹੈ, 10 ਸਾਲਾਂ ਤੋਂ, 20 ਸਾਲਾਂ ਤੋਂ, ਜਾਂ 1 ਸਾਲ ਤੋਂ ਨਾਮ ਨਾਲ ਜੁੜੇ ਹਾਂ, ਤੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ, ਭਾਵੇਂ ਗੁਰੂ ਸਮਰੱਥ, ਇਹਦਾ ਇਹ ਅਰਥ ਨਹੀਂ ਵੀ ਜੇ 20 ਜਨਮਾਂ ਤੋਂ ਸਿੱਖ ਪਾਪ ਕਰਦਾ ਤੇ ਉਹ 20 ਜਨਮ ਪੁੰਨ ਕਰੇਗਾ ਤਾਂ ਬਰਾਬਰ ਹੋਣਗੇ, ਇਹ ਨਹੀਂ ਗੱਲ। ਪਰ ਗੁਰੂ ਯੋਗ ਸਮਾਂ ਆਉਣ ਦੀ ਉਡੀਕ ਰੱਖਦਾ ਹੈ। ਸਤਿਗੁਰੂ ਤੇ ਚਾਹੁੰਦੇ ਨੇ ਵੀ ਅੱਜ ਹੀ ਇਹਨੂੰ ਮੈਂ ਮਾਲਾ ਮਾਲ ਕਰ ਦਿਆਂ। ਗੁਰੂ ਵੱਲੋਂ ਤੇ ਕੋਈ ਦੇਰ ਨਹੀਂ। ਸਤਿਗੁਰੂ ਵੱਲੋਂ ਜਿਹੜਾ ਸਿੱਖ ਉਹਨਾਂ ਦੇ ਲੜ ਲੱਗ ਗਿਆ ਨਾ, ਜਿਹਨੇ ਅੰਮ੍ਰਿਤ ਪਾਨ ਕਰ ਲਿਆ, ਬਾਣੀ ਪੜ੍ਹਦਾ, ਨਿਤਨੇਮ ਕਰਦਾ, ਸਤਿਗੁਰੂ ਦੀ ਚਾਹਤ ਹੁੰਦੀ ਹੈ ਵੀ ਇਹਨੂੰ ਅੱਜ ਹੀ ਮੈਂ ਆਪਣੇ ਵਰਗਾ ਬਣਾ ਲਾਂ, ਆਪਣੇ ਵਰਗਾ ਜੋ ਮੇਰੇ ਕੋਲੇ। ਕਿਉਂਕਿ ਐਡਾ ਦਿਆਲੂ ਹੋਰ ਗੁਰੂ ਕਿਹੜਾ ਹੋਣਾ ਜਿਹਨੇ ਆਪਣੇ ਕੋਲ ਲੁਕਾ ਕੇ ਕੁਝ ਨਹੀਂ ਰੱਖਿਆ, ਸਭ ਦੇ ਦਿੱਤਾ ਖੁੱਲੇ ਤੌਰ। ਪਰ ਉਹਦੇ ਵਿੱਚ ਨੁਕਸ ਇਹ ਹੁੰਦਾ ਸਾਧ ਸੰਗਤ ਜੀ, ਮਾਲੀ ਭਾਵੇਂ ਕਿੰਨਾ ਸਿਆਣਾ ਹੋਵੇ, ਜਦੋਂ ਬੂਟਾ ਲਾਵੇ ਤੇ ਇੱਕ ਗੱਲ ਪੱਕੀ ਹੁੰਦੀ ਹੈ, ਜਿੰਨਾ ਚਿਰ ਉਹਨੂੰ ਫਲ ਲੱਗਣ ਦਾ ਟਾਈਮ ਨਾ ਆਵੇ, ਉਹਦੇ ਤੋਂ ਪਹਿਲਾਂ ਫਲ ਨਹੀਂ ਲੱਗਦਾ, ਟਾਈਮ ਤੇ ਲੱਗੇਗਾ। ਇਸੇ ਤਰ੍ਹਾਂ ਡਾਕਟਰ ਭਾਵੇਂ ਕਿੰਨਾ ਸਿਆਣਾ ਹੋਵੇ, ਹਕੀਮ, ਪਰ ਉਹ ਕਦੀ ਵੀ ਵਕਤ ਤੋਂ ਪਹਿਲਾਂ ਬੱਚੇ ਨੂੰ ਜਨਮ ਨਹੀਂ ਦਵਾ ਸਕਦਾ। ਉਹਦਾ ਪ੍ਰੋਸੀਜਰ ਹੁੰਦਾ ਹੈ, ਉਹਦੇ ਤੋਂ ਬਾਅਦ ਜਨਮ ਦਵਾਏਗਾ। ਇਸੇ ਤਰ੍ਹਾਂ ਜਿਹੜੀ ਦਾਤ ਨੂੰ ਅਸੀਂ ਚਾਹੁੰਦੇ ਆ ਨਾ ਵੀ ਸਾਨੂੰ ਜਲਦੀ ਕਿਰਪਾ ਹੋ ਜਾਏ, ਸਤਿਗੁਰੂ ਕਹਿੰਦੇ ਇੱਕ ਚੀਜ਼ ਨੂੰ ਆਪਣੇ ਹਿਰਦੇ ਵਿੱਚ ਪੱਕੀ ਰੱਖਿਆ ਕਰ। ਵੈਸੇ ਤੇ 9 ਨਿਸ਼ਾਨੀਆਂ ਨੇ ਸਿਰਾਤ ਤੇ ਤੁਰਨ ਵਾਲਿਆਂ ਦੀ। ਕਿਸੇ ਸੱਜਣ ਨੇ ਬੜੀਆਂ ਸੋਹਣੀਆਂ ਲਿਖੀਆਂ 9 ਨਿਸ਼ਾਨੀਆਂ। 9 ਨਿਸ਼ਾਨੀ ਆਸ਼ਿਕਾਰਾਂ ਐ ਪਿਸਰ, 9 ਨਿਸ਼ਾਨੀਆਂ ਨੇ ਇਸ ਰਾਤ ਤੇ ਤੁਰਨ ਵਾਲਿਆਂ ਨੇ। ਉਹ ਕਿਹੜੀਆਂ ਨੇ? ਉਹਨਾਂ 9 ਨਿਸ਼ਾਨੀਆਂ ਵਿੱਚੋਂ ਕਹਿੰਦੇ 9 ਨਿਸ਼ਾਨੀ ਆਸ਼ਿਕਾਰਾਂ ਐ ਪਿਸਰ, ਰੰਗ ਜਰਦ ਆਹੇ ਸ਼ਰਦ ਚਸ਼ਮ ਤਰ। ਰੰਗ ਜਰਦ ਦਾ ਮਤਲਬ ਹੈ ਉਹਨਾਂ ਦਾ ਰੰਗ ਪੀਲਾ ਰਹਿੰਦਾ ਉਹਦੇ ਪ੍ਰੇਮ ਵਿੱਚ। ਆਹੇ ਸ਼ਰਦ, ਆਹੇ ਦਾ ਮਤਲਬ ਸਵਾਸ ਠੰਡੇ ਲੈਂਦੇ। ਚਸ਼ਮ ਤਰ, ਤੇ ਉਹਨਾਂ ਦੀਆਂ ਅੱਖਾਂ ਤਰਬ ਤਰ ਰਹਿੰਦੀਆਂ। ਫਿਰ ਅਗਲੀਆਂ 3 ਦਸੀਆਂ ਕਹਿਣ ਲੱਗੇ ਕੰਮ ਖੁਰਦਨੋਂ। ਖੁਰਦਨੋਂ ਦਾ ਅਰਥ ਹੈ ਖੁਰਾਕ। ਉਹਨਾਂ ਦੀ ਖੁਰਾਕ ਘੱਟ ਹੁੰਦੀ ਹੈ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਤਜਰਬੇ ਨੇ। ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇੱਕ ਵਚਨ ਕਿਹਾ, ਮੈਨੂੰ ਯਾਦ ਆ ਗਿਆ। ਕੋਈ ਸੱਜਣ ਕਹਿੰਦਾ ਜੀ ਅੰਦਰ ਨਾਮ ਕਿਵੇਂ ਟਿਕੇ, ਪ੍ਰਸ਼ਾਦਾ ਬਹੁਤਾ ਛਕ ਕੇ। ਅਸੀਂ ਕਹਿੰਦੇ ਥਾਂ ਹੈ ਹੀ ਅੰਦਰ ਟਿਕਾਉਣ ਵਾਸਤੇ। ਉਹਨਾਂ ਨੇ ਕਿਹਾ ਵੀ ਜਿਹੜਾ ਬੰਦਗੀ ਕਰਨ ਵਾਲਾ ਹੈ ਉਹ ਭੁੱਖ ਤੋਂ ਘੱਟ ਖਾਏ, ਥੋੜਾ ਜਿਹਾ ਥਾਂ ਤੇ ਰੱਖੇ ਜਿੱਥੇ ਉਹਨੇ ਸਵਾਸ ਤੇ ਲੈ ਸਕੇ ਪੂਰਾ। ਤੇ ਸਵਾਸ ਹੀ ਕੋਈ ਨਹੀਂ ਨਿਕਲਦਾ, ਨਾਮ ਕਿੱਥੋਂ ਜਪੇਗਾ?
ਕੰਮ ਖੁਰਦਨੋਂ ਦਾ ਅਰਥ ਹੈ ਖੁਰਾਕ, ਜਿੰਨੀ ਸਰੀਰ ਨੂੰ ਲੋੜ ਹੈ। ਇਹਦਾ ਅਰਥ ਇਹ ਵੀ ਨਹੀਂ ਵੀ ਵਰਤ ਰੱਖਣਾ, ਖਾਣਾ ਕੁਝ ਨਹੀਂ। ਜਿਵੇਂ ਦਾ ਕੰਮ ਸਿੱਖ ਨੂੰ ਮਿਲਿਆ, ਜੇ ਮਿਹਨਤ ਵਾਲਾ ਕੰਮ ਹੈ ਤੇ ਖੁਰਾਕ ਜ਼ਿਆਦਾ ਖਾਏ, ਇਹ ਧਿਆਨ ਰੱਖੋ। ਇੱਥੋਂ ਸੁਣ ਕੇ ਖੁਰਾਕ ਨਾ ਬੰਦ ਕਰ ਦੇਣੀ ਕਿ ਜਿਵੇਂ ਕੰਮ ਕਰਦੇ ਹੋ। ਹੁਣ ਇੱਕ ਬੰਦਾ ਸਾਰਾ ਦਿਨ ਬੈੱਡ ਤੇ ਰਹਿੰਦਾ, ਸਵੇਰੇ ਘੰਟਾ ਕਥਾ ਕੀਰਤਨ ਕਰ, ਦੂਜਿਆਂ ਨੂੰ ਉਪਦੇਸ਼ ਦੇ ਜੀ ਖਾਇਆ ਕੁਝ ਨਾ ਕਰੋ। ਮੈਂ ਬੜੇ ਗੁਰਮੁਖ ਵੇਖੇ ਇਸ ਤਰ੍ਹਾਂ, ਉਹਨਾਂ ਨੂੰ ਉਪਦੇਸ਼ ਦੇ ਜਾਂਦੇ, ਕਹਿੰਦੇ ਖਾਓ ਘੱਟ, ਨੀਂਦ ਘੱਟ ਕਰੋ। ਇਹ ਨਹੀਂ ਵੇਖਿਆ ਵੀ ਇਹ ਵਿਚਾਰੇ 8-10 ਘੰਟੇ ਕੰਮ ਕਰਕੇ ਆਏ ਨੇ, ਉਹਨਾਂ ਨੂੰ ਖੁਰਾਕ ਵੀ ਚਾਹੀਦੀ, ਉਹਨਾਂ ਨੂੰ ਨੀਂਦ ਵੀ ਚਾਹੀਦੀ, ਔਰ ਉਸ ਢੰਗ ਦੇ ਨਾਲ ਜਿਵੇਂ ਦੀ ਕੰਮ ਹੈ ਉਸ ਢੰਗ ਨਾਲ ਤੁਰੇ ਵਿਅਕਤੀ। ਇਸ ਕਰਕੇ ਕਹਿੰਦੇ ਕੰਮ ਖੁਰਦ ਨੂੰ, ਕੰਮ ਗੁਪਤ ਨੂੰ। ਇੱਕ ਕੰਮ ਅਸੀਂ ਬਹੁਤ ਕਰਨੇ ਆ ਜਿਹਦਾ ਸਾਨੂੰ ਕੋਈ ਪਤਾ ਨਹੀਂ। ਗੁਪਤ ਨੂੰ ਦਾ ਮਤਲਬ ਹੁੰਦਾ ਹੈ ਬੋਲਣਾ, ਗੁਫ਼ਤਗੂ ਕਰਨੀ, ਗੱਲਾਂ ਕਰਨੀਆਂ। ਆਦਮੀ ਆਪਣੇ ਸਰੀਰ ਦੀ એનર્ਜੀ ਜਿਹੜੀ ਸਭ ਤੋਂ ਜ਼ਿਆਦਾ ਵੈਸਟ ਬੋਲਣ ਦੇ ਰਾਹੀਂ ਕਰਦਾ ਹੈ। ਖਿਆਲ ਰੱਖਣਾ, ਕਦੀ ਜੋੜ ਕੇ ਵੇਖਣਾ, ਜੇ ਨਿਤਨੇਮ ਕਰਾਂਗੇ ਨਾ ਤੇ 5 ਵਾਰੀ ਘੜੀ ਵੱਲ ਵੇਖਦੇ ਆ ਵੀ 45 ਮਿੰਟ ਹੋ ਗਏ ਅਜੇ ਤੱਕ ਹੋਇਆ ਨਹੀਂ। ਪਰ ਸਾਧ ਸੰਗਤ ਜੀ, ਜੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਅਸੀਂ ਥੋੜਾ ਜਿਹਾ ਧਿਆਨ ਰੱਖੀਏ ਵੀ ਬੋਲਦੇ ਕਿੰਨੇ ਘੰਟਿਆਂ, ਜਿਹਦੀ ਕੋਈ ਲੋੜ ਵੀ ਨਹੀਂ ਸੀ, ਤੇ ਜਦੋਂ ਉਹਦਾ ਅਸੀਂ ਜੋੜ ਕਰਾਂਗੇ ਤੇ ਸ਼ਾਮ ਨੂੰ ਘੱਟੋ ਘੱਟ ਸੁਭਾਵਿਕ ਤੌਰ ਤੇ 2.5-3 ਘੰਟੇ ਸਮਾਂ ਐਸਾ ਬਣੇਗਾ ਜਿੰਨਾ ਚਿਰ ਅਸੀਂ ਵਿਅਰਥ ਵਿੱਚ ਗੱਲਾਂ ਕੀਤੀਆਂ, ਜਿਨ੍ਹਾਂ ਦੀ ਕੋਈ ਲੋੜ ਨਹੀਂ ਸੀ। ਔਰ ਗੁਰੂ ਸਾਹਿਬ ਬੜੇ ਮਨੋਵਿਗਿਆਨਿਕ ਨੇ। ਇਸੇ ਕਰਕੇ ਸਿੱਖ ਨੂੰ ਜਿਹੜਾ ਨਿਤਨੇਮ ਦਿੱਤਾ ਹੈ ਨਾ, ਉਹ 2-2.5 ਘੰਟਿਆਂ ਦਾ ਬਣਦਾ ਹੈ। ਉਹਨਾਂ ਨੂੰ ਪਤਾ ਸੀ ਵੀ ਇਹ ਕੁਦਰਤ ਦਾ ਨਿਯਮ ਹੈ, ਵੈਸੇ ਬੰਦੇ ਦੇ ਵੱਸ ਦੀ ਗੱਲ ਨਹੀਂ। ਜੇ ਉਹ ਕਿਤੇ ਹੋਰ ਨਾ ਬੋਲੇਗਾ ਤੇ 2.5 ਘੰਟੇ ਲੱਭੇਗਾ ਕਿਸੇ ਨੂੰ ਬੋਲਣ ਵਾਸਤੇ, ਭਾਵੇਂ ਉਹਨੂੰ ਗੁਰਦੁਆਰੇ ਕਿਸੇ ਕੋਲ ਆ ਕੇ ਟੋਲੀ ਬਣਾ ਕੇ ਨਾ ਬਹਿਣਾ ਪਏ ਸਾਈਡ, ਕਿਉਂਕਿ ਅੰਦਰ ਇੱਕ ਸਾਡੇ એનર્ਜੀ ਬਣਦੀ ਹੈ, ਉਹ ਬੋਲਣ ਦੇ ਰਾਹੀਂ ਗਵਾਚਦੀ ਹੈ। ਪਰ ਸਤਿਗੁਰੂ ਨੇ ਸਾਨੂੰ ਕਿਹਾ ਵੀ ਇਹਦਾ ਤੂੰ ਉਪਯੋਗ ਕਰ, ਏਡੀ ਕੀਮਤੀ ਦਾਤ ਹੈ ਤੇਰੇ ਅੰਦਰ, ਤੂੰ ਇਹਦੇ ਨਾਲ ਪੜ੍ਹ 5 ਬਾਣੀਆਂ, ਇਹਦੇ ਨਾਲ ਪੜ੍ਹ ਤੂੰ ਸੁਖਮਣੀ ਸਾਹਿਬ ਦੀ ਬਾਣੀ। ਸੱਜਣਾ, ਤੇਰੀ ਤਾਕਤ ਦੀ ਵਰਤੋਂ ਹੋ ਜਾਏਗੀ ਤੇ ਉਹ ਤਾਕਤ ਜਿਹੜੀ ਹੈ ਨਾ, ਜਿਹੜੀ ਤੂੰ ਫਜ਼ੂਲ ਵਿੱਚ ਗਵਾ ਦੇਣਾ, ਜਦੋਂ ਤੂੰ ਬਾਣੀ ਪੜ੍ਹੇਗਾ ਤੇ ਬਾਣੀ ਉਹਨੂੰ ਅੰਮ੍ਰਿਤ ਬਣਾਉਣਾ ਸ਼ੁਰੂ ਕਰ ਦੇਗਾ, ਉਹਦਾ ਹੀ ਅੰਮ੍ਰਿਤ ਬਣਨਾ। ਅੰਮ੍ਰਿਤ ਹੋਰ ਬਾਹਰੋਂ ਤੇ ਅਸੀਂ ਇੱਕ ਵਾਰੀ ਛਕਣਾ ਨਾ, ਰੋਜ਼ ਕਿੱਥੋਂ ਪੀਣਾ ਹੈ? ਜੇ ਉਸ ਚੀਜ਼ ਨੂੰ ਅਸੀਂ ਰੋਕਿਆ ਹੋਵੇਗਾ ਅੰਦਰ, ਤਾਂ ਉਹਦੇ ਨਾਲ ਸ਼ਬਦ ਜਿਹੜਾ ਉਹਨੂੰ ਅੰਮ੍ਰਿਤ ਬਣਾਉਣਾ ਸ਼ੁਰੂ ਕਰਦਾ ਹੈ। ਤੇ ਜੇ ਅੰਦਰ ਉਹ ਚੀਜ਼ ਅਸੀਂ ਪਹਿਲਾਂ ਹੀ ਗਵਾ ਦਿੱਤੀ ਤੇ ਫਿਰ ਅਸੀਂ ਬਾਣੀ ਪੜ੍ਹੇ, ਫਿਰ ਬੇਰਸੀ ਜੀ ਆਵੇਗੀ, ਰਸ ਨਹੀਂ ਆਏਗਾ। ਬਾਣੀ ਦੇ ਕੰਮ ਤੇ ਕਰਨੇ ਕਰਨਾ ਵੈਸੇ ਜਿਵੇਂ ਵੀ ਪੜਾਂਗੇ, ਪਰ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਨੇ ਤਾਂ ਹੀ ਗੁਰਮਤਿ ਦੀ ਜਿਹੜੀ ਰਹਿਤ ਮਰਿਆਦਾ ਦੱਸੀ, ਕਿਉਂਕਿ ਮੈਂ ਇਸ ਬੇਸ ਤੇ ਬੇਨਤੀ ਕਰ ਰਿਹਾ, ਗੁਰਮਤਿ ਗਾਡੀ ਰਾਹ ਚਲੰਦਾ, ਰਸਤਾ ਸ਼ੁਰੂਆਤ ਕਿਹੜਾ ਹੈ? ਪੱਤੇ ਸ਼ੁੱਧ ਹੋਣਗੇ ਤੇ ਫਲ ਤਾਂ ਲੱਗੇ। ਆਪਾਂ 2 ਦਿਨ ਇਹਦੇ ਤੇ ਵਿਆਖਿਆ ਕਰਨੀ, ਪੱਤੇ ਤੇ ਫਲ। ਪਹਿਲਾਂ ਅਸੀਂ ਪੱਤੇ ਠੀਕ ਕਰਨੇ ਨੇ, ਫਲ ਆਪਣੇ ਆਪ ਸ਼ੁੱਧ ਆ ਜਾਏਗਾ। ਸਰੀਰ ਦੀ ਕਿਰਿਆ, ਸਾਡਾ ਕਾਰ, ਜਿਵੇਂ ਮੈਂ ਕਿਹਾ ਸੀ, ਕਾਰ ਸ਼ੁੱਧ, ਜਿਹੜਾ ਕੰਮ ਕਰ ਰਹੇ ਉਹ ਕਿਰਤ ਚੰਗੀ ਹੋਣੀ ਚਾਹੀਦੀ। ਫਿਰ ਵਿਹਾਰ ਸ਼ੁੱਧ, ਸਾਡਾ ਲੈਣ ਦੇਣ ਠੀਕ ਹੋਣਾ ਚਾਹੀਦਾ, ਕਿਤੇ ਅਸੀਂ ਕਿਸੇ ਦਾ ਧਨ ਤੇ ਨਹੀਂ ਖਾ ਰਹੇ, ਕਿਸੇ ਦਾ ਹੱਕ ਤੇ ਨਹੀਂ ਖਾ ਰਹੇ। ਕਾਰ ਸ਼ੁੱਧ, ਵਿਹਾਰ ਸ਼ੁੱਧ। ਤੀਜੇ ਨੰਬਰ ਤੇ ਆਹਾਰ ਸ਼ੁੱਧ, ਸਰੀਰ ਦਾ ਖਾਣਾ ਪੀਣਾ ਠੀਕ ਹੋਣਾ ਚਾਹੀਦਾ ਲੋੜ ਅਨੁਸਾਰ। ਫਿਰ ਚੌਥਾ ਹੈ ਵਿਚਾਰ ਸ਼ੁੱਧ, ਵਿਚਾਰ ਜਿਹੜੇ ਨੇ ਸ਼ੁੱਧ ਰੱਖਣੇ ਚਾਹੀਦੇ। ਫਿਰ ਦ੍ਰਿਸ਼ਟੀ ਸ਼ੁੱਧ ਕਰਨੀ ਚਾਹੀਦੀ, ਯਤਨ ਕਰਨਾ ਚਾਹੀਦਾ ਅੱਖਾਂ ਦਾ ਵੇਖਣ। ਫਿਰ ਸਰੋਤ ਸ਼ੁੱਧ, ਕਿਤੇ ਆਪਣੀ ਉਸਤਤ ਸੁਣਨ ਵਿੱਚ ਦਿਨੇ ਰਾਤ ਭੁੱਖ ਲੱਗੀ ਰਹਿੰਦੀ ਹੈ ਤੇ ਆਪਣੇ ਦੁਸ਼ਮਣ ਦੀ ਨਿੰਦਿਆ ਸੁਣਨ ਲਈ ਤਿਆਰ ਰਹਿੰਦੇ ਆ। ਇਹ ਰੋਗ ਨੇ ਸਾਰੇ ਜ਼ਿੰਦਗੀ ਦੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਵੀ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਤੇਰੇ ਨਾਮ ਨੂੰ ਖਤਮ ਕਰ ਦਿੰਦੀ, ਜਿਹੜਾ ਤੂੰ ਜਪਣਾ ਉਹ ਕਰਮ ਤੇਰੇ ਖਤਮ ਹੋ ਜਾਂਦੇ। ਬਾਣੀ ਦਾ ਇੱਕ ਵਚਨ ਹੈ ਕਿ ਜੇ ਅਸੀਂ ਚੰਗੇ ਕਰਮ ਕਰੀਏ ਉਹ ਕੰਮ ਫਲਦੇ ਕਿਉਂ ਨਹੀਂ। ਇਹਦਾ ਅਰਥ ਇਹ ਨਹੀਂ ਵੀ ਉਹ ਕਰਮਾਂ ਦੇ ਵਿੱਚ ਨੁਕਸ ਹੈ ਜਾਂ ਸਾਡੇ ਗੁਰੂਆਂ ਨੇ ਜੋ ਕੁਝ ਸਾਨੂੰ ਕਿਹਾ ਹੈ ਉਹਦੇ ਨਾਲ ਕੁਝ ਮਿਲਦਾ ਨਹੀਂ, ਐਸਾ ਨਹੀਂ। ਸਤਿਗੁਰੂ ਕਹਿੰਦੇ ਨੇ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਜਦੋਂ ਤੂੰ ਪਰਾਈ ਵਸਤੂ ਵਾਸਤੇ ਅੰਦਰੋਂ ਕਲਪਦਾ ਰਹਿਣਾ ਹੈ ਨਾ,
ਉਹਦੇ ਨਾਲ ਜਿੰਨੇ ਵੀ ਤੂੰ ਧਰਮ ਦੇ ਕੰਮ ਕਰਨਾ ਉਹਦਾ ਅਸਰ ਗਵਾਚ ਜਾਂਦਾ, ਖਤਮ ਹੋ ਜਾਂਦਾ। ਸਰੋਤ ਸ਼ੁੱਧ, ਸ਼ਬਦ ਸ਼ੁੱਧ, ਕਿੰਨੀਆਂ ਚੀਜ਼ਾਂ ਨੇ। ਫਿਰ ਇਹਦੇ ਤੋਂ ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਉਹਨੂੰ ਕਹਿੰਦੇ ਨੇ ਨੀਅਤ ਸ਼ੁੱਧ। ਨੀਅਤ ਇਹ ਬੜਾ ਲੰਬਾ ਵਿਸ਼ਾ। ਨੀਅਤ ਕੀ ਹੈ? ਨੀਅਤ ਉਹਨੂੰ ਕਹਿੰਦੇ ਨੇ ਜਿਹੜੇ ਕੰਮ ਨੂੰ ਅਜੇ ਮੈਂ ਕਰਨ ਜੋਗਾ ਨਹੀਂ ਹੋਇਆ ਪਰ ਮੇਰੇ ਅੰਦਰ ਭਾਵਨਾ ਪੂਰੀ ਕਰਨ ਦੀ, ਉਹਨੂੰ ਕਹਿੰਦੇ ਨੀਅਤ। ਇਹ ਨਹੀਂ ਵੀ ਪਹਿਲੇ ਦਿਨ ਸਿੱਖ ਉਸੇ ਤਰ੍ਹਾਂ ਕਰ ਹੀ ਲੈਂਦਾ ਜਿਵੇਂ ਉਹ ਸੋਚਦਾ, ਨਹੀਂ ਹੁੰਦਾ ਪਹਿਲੇ ਦਿਨ। ਸੱਚਾਈ, ਕਿਉਂਕਿ ਸਮਾਂ ਲੱਗਣਾ, ਗੁਰੂ ਨੇ ਕਿਰਪਾ ਕਰਨੀ, ਪਰ ਘੱਟੋ ਘੱਟ ਅੰਦਰ ਨੀਅਤ ਤਾਂ ਹੈ। ਭਾਵੇਂ ਕਰ ਨਹੀਂ ਸਕਦਾ, ਨੀਅਤ ਰੱਖਦਾ ਹੈ। ਤੇ ਜੇ ਨੀਅਤ ਕੋਈ ਨਹੀਂ ਵੀ ਚਲੋ ਸੁਣਦੇ ਆ, ਵੇਖਦੇ ਆ, ਕਰਾਂਗੇ, ਵੇਖਾਂਗੇ, ਫਿਰ ਉਹ ਨੀਅਤ ਵਿੱਚ ਫਰਕ ਦੁੱਭਦਾ ਹੈ, ਫਿਰ ਨਹੀਂ ਹੋਏਗਾ। ਜੇ ਨੀਅਤ ਧਾਰਮਿਕ ਜਗਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਮੂਲ ਅੰਗ ਜਿਹੜਾ ਸਿੱਖੀ ਦਾ ਰੱਖਿਆ ਗਿਆ ਉਹ ਨੀਅਤ ਦੀ ਸ਼ੁੱਧਤਾ ਹੈ। ਨੀਅਤ ਸਾਫ਼ ਹੋਣੀ ਚਾਹੀਦੀ ਬੰਦੇ ਦੀ। ਇਹ ਸਭ ਤੋਂ ਵੱਡੀ ਸੇਵਾ ਹੈ ਵੀ ਗੁਰੂ ਘਰ ਦੇ ਪ੍ਰਤੀ ਨੀਅਤ ਰੱਖਣੀ ਕੰਮ ਦੇ ਵਿੱਚ। ਇਸ ਮਾਰਗ ਦੇ ਉੱਤੇ ਜਦੋਂ ਨੀਅਤ ਸ਼ੁੱਧ ਕਰੇਗਾ, ਇਹਦੇ ਤੋਂ ਬਾਅਦ ਫਿਰ ਭਾਵ ਸ਼ੁੱਧ, ਫਿਰ ਉਹਦੀਆਂ ਭਾਵਨਾਵਾਂ ਸ਼ੁੱਧ ਹੋਣੀਆਂ ਸ਼ੁਰੂ ਹੋਣਗੀਆਂ। ਜਦੋਂ ਭਾਵਨਾ ਸ਼ੁੱਧ ਹੋ ਗਈ, ਉਸ ਤੋਂ ਅੱਗੇ ਫਿਰ ਕੋਈ ਵਿਆਖਿਆ ਨਹੀਂ। ਉਸ ਤੋਂ ਅੱਗੇ ਤੇ ਫਿਰ ਉਹ ਆਦਮੀ ਆਪ ਹੀ ਵੇਖੇਗਾ ਕੀ ਮਿਲਦਾ। ਭਾਵਨਾ ਤੱਕ ਹੈ। ਇਹ 7-8 ਚੀਜ਼ਾਂ ਨੇ। ਜਦੋਂ ਇਹਨਾਂ ਦੀ ਸ਼ੁੱਧੀ ਹੋ ਜਾਂਦੀ ਹੈ, ਉਦੋਂ ਮਨੁੱਖ ਦੇ ਉੱਤੇ ਉਹ ਘਟਨਾ ਵਾਪਰਦੀ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਫਿਰ ਉਹਨਾਂ ਦਾ ਸ਼ਬਦ ਸ਼ੁੱਧ ਹੋ ਜਾਂਦਾ ਹੈ। ਸ਼ਬਦ ਸ਼ੁੱਧ ਦਾ ਮਤਲਬ ਕੀ ਹੁੰਦਾ ਹੈ? ਸ਼ਬਦ ਦੇ ਅਰਥ ਨੇ ਸੁਭਾਅ, ਉਹਦਾ ਸੁਭਾਅ ਸ਼ੁੱਧ ਹੋ ਜਾਏ। ਉਹ ਇਸ ਤਰ੍ਹਾਂ ਇੱਕ ਮੰਜ਼ਿਲ ਦਰ ਮੰਜ਼ਿਲ ਤੁਰਿਆ ਜਾਂਦਾ ਹੈ, ਇੱਕੋ ਦਮ ਨਹੀਂ ਹੁੰਦਾ। ਜੇ ਇਹਦੇ ਉੱਤੇ ਸਟੱਡੀ ਕਰੇਗਾ, ਜੇ ਇਹਦੇ ਤੇ ਕੰਮ ਕਰੇਗਾ, ਪੂਰੀ ਤਰ੍ਹਾਂ ਕਲਾਸ ਬਾਈ ਕਲਾਸ ਤੁਰੇਗਾ, ਤਾਂ ਕਿਤੇ ਨਾ ਕਿਤੇ ਉਹ ਵਿਕਾਸ ਕਰ ਲਏਗਾ, ਲੰਘ ਜਾਏਗਾ। ਪਰ ਜੇ ਉਹ ਆਵਾਗਮਨ ਹੀ ਤੁਰਦਾ ਰਿਹਾ, ਮੇਲਾ ਸਮਝਿਆ ਉਹਨੇ ਧਰਮ ਨੂੰ, ਫਿਰ ਉੱਥੇ ਹੀ ਘੁੰਮਦਾ ਰਹੇਗਾ। ਇਸ ਕਰਕੇ ਚੀਜ਼ਾਂ ਸ਼ੁੱਧਤਾ ਰੱਖਦੀਆਂ ਨੇ। ਜਦੋਂ ਕਬੀਰ ਜੀ ਨੇ ਕਿਹਾ 6 ਚੀਜ਼ਾਂ ਮਰ ਜਾਂਦੀਆਂ ਨੇ ਜੀਵਨ ਵਿੱਚੋਂ, ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ 6 ਮੂਏ, 4 ਪੁਰਖ ਦੋਏ ਨਾਰ। ਇਹ ਸ਼ਲੋਕਾਂ ਵਿੱਚ ਕਬੀਰ ਜੀ ਦੀ ਬਾਣੀ ਵਿੱਚ ਆਉਂਦਾ ਹੈ। ਬਾਣੀ ਪੜ੍ਹਨ ਵਾਲੇ ਪੜ੍ਹਦੇ ਹੋ। ਇਹ 6 ਚੀਜ਼ਾਂ ਬਹੁਤ ਲੰਬਾ ਹੈ ਵਿਸ਼ਾ। ਏਕ ਮਰਨ ਤੇ, ਏਕ ਦਾ ਮਤਲਬ ਸੰਸਾਰ ਦੀ ਪਕੜ, ਖੁੱਲੇ ਤੌਰ ਤੇ ਇਹਨੂੰ ਮੋਹ ਕਹਿ ਲੈਂਦੇ। ਇੱਕ ਦੇ ਮਰਦਿਆਂ ਹੀ ਦੋਏ ਮੋਏ। ਜਦੋਂ ਮੋਹ ਮਰਦਾ ਤੇ ਦੂਜੀ ਚੀਜ਼ ਮਰਦੀ, ਉਹਨੂੰ ਕਹਿੰਦੇ ਨੇ ਭਰਮ। ਭਰਮ ਮਰ ਜਾਂਦਾ ਹੈ। ਇਹ ਭਰਮ ਕੀ ਹੁੰਦਾ ਮੈਂ ਪਹਿਲਾਂ ਕਹਿ ਚੁੱਕਾ ਵੀ ਇਹ ਇਸ ਵਿਸ਼ੇ ਵਿੱਚ ਆ ਨਹੀਂ ਸਕਦਾ ਸਮੇਂ ਵਿੱਚ। ਭਰਮ ਮਰ ਗਿਆ। ਭਰਮ ਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਸਾਹਮਣੇ ਹੈ ਉਹਦਾ ਸਹੀ ਸਰੂਪ ਨਾ ਦਿਸਣਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਭੁਲੇਖਾ ਪੈ ਜਾਣਾ। ਏਕ ਮਰਨ ਤੇ ਦੋਏ ਮੋਏ। ਜਦੋਂ ਸੰਸਾਰ ਦੀ ਪਕੜ ਮਰੀ, ਨਾਲ ਹੀ ਭੁਲੇਖਾ ਮਰ ਗਿਆ। ਚੀਜ਼ਾਂ ਸ਼ੁੱਧ ਦਿਸਣ ਲੱਗ ਪਈਆਂ, ਅਸਲ ਵਿੱਚ ਹੈ ਕੀ ਇਹ ਸੰਸਾਰ। ਦੋਏ ਮਰਨ ਤੇ 4, ਤੇ 2 ਮਰਦਿਆਂ ਹੀ 4 ਮਰ ਗਏ। 4 2 ਕਿਹੜੇ ਹੋਰ? ਜਦੋਂ ਮੋਹ ਮਰਿਆ, ਜਦੋਂ ਭਰਮ ਮਰਿਆ, ਤੇ ਉਸ ਵੇਲੇ ਹੰਕਾਰ ਵੀ ਮਰ ਗਿਆ। ਤੇ ਜਦੋਂ ਇਹ ਤਿੰਨੇ ਮਰੇ, ਫਿਰ ਦੁੱਖ ਮਰ ਗਿਆ। ਚੌਥਾ ਦੁੱਖ ਹੈ। ਜਦੋਂ ਇਹ 3 ਮਰਨਗੇ ਤੇ ਦੁੱਖ ਖਤਮ ਹੋਵੇਗਾ। ਇਹਨਾਂ ਤਿੰਨਾਂ ਦੇ ਮਰਨ ਤੋਂ ਬਿਨਾਂ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਕਵੇ ਵੀ ਤੁਹਾਡਾ ਦੁੱਖ ਮੈਂ ਖਤਮ ਕਰ ਦੂੰ। ਇੱਕ ਹਟੇਗਾ, ਦੂਜਾ ਆ ਜਾਏਗਾ, ਦੂਜਾ ਹਟੇਗਾ, ਤੀਜਾ। ਇਹ 3 ਚੀਜ਼ਾਂ ਮਰਨਗੀਆਂ ਤੇ ਦੁੱਖ ਦੀ ਸਮਾਪਤੀ। ਫਿਰ 4, ਚੌਥਾ ਦੁੱਖ ਮਰ ਗਿਆ। 4 ਮਰਨ ਤੇ 6 ਮੂਏ। ਇਹ ਜਿਹੜੇ ਚਾਰੇ ਨੇ ਨਾ, ਇਹ ਪੁਰਸ਼ਵਾਚਕ ਨੇ। ਜਿਵੇਂ ਆਪਾਂ ਦੁੱਖ ਨੂੰ ਕਹਿੰਦੇ ਆ, ਦੁੱਖ ਆਇਆ ਹੈ, ਭਰਮ ਪੈ ਗਿਆ, ਮੋਹ ਆ ਗਿਆ। ਪਰ ਜਿਹੜੇ ਅੱਗੇ 2 ਨੇ ਨਾ, 4 ਮਰਨ ਤੇ 6 ਮੂਏ, 4 ਪੁਰਖ ਤੇ ਦੋਏ ਨਾਰ। 2 ਚੀਜ਼ਾਂ ਜਿਹੜੀਆਂ ਨਾ, ਉਹ ਨਾਰ ਦਾ ਮਤਲਬ ਉਹਨਾਂ ਨੂੰ ਆਪਾਂ ਕਹਿੰਦੇ ਆ ਅਗਿਆਨਤਾ ਤੇ ਤ੍ਰਿਸ਼ਨਾ। ਅਗਿਆਨਤਾ ਨੂੰ ਆਪਾਂ ਇਸਤਰੀਵਾਚਕ ਕਹਿੰਦੇ ਆ। ਅਗਿਆਨਤਾ ਆ ਗਈ, ਅਗਿਆਨਤਾ ਖਤਮ ਹੋ ਗਈ, ਤ੍ਰਿਸ਼ਨਾ ਖਤਮ ਹੋ ਗਈ। ਇਹ 6 ਖਤਮ ਹੋਣੇ ਨੇ ਜ਼ਿੰਦਗੀ ਵਿੱਚ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ।
ਤੇ ਫਿਰ ਸਤਿਗੁਰੂ ਕਹਿੰਦੇ ਤੂੰ ਇਸ ਮਾਰਗ ਤੇ ਤੁਰੇਗਾ, ਇਹਨਾਂ ਚੀਜ਼ਾਂ ਨੂੰ ਜਦੋਂ ਕਲੀਅਰ ਕਰਦਾ ਜਾਏਗਾ ਤੇ ਨੀਅਤ ਸ਼ੁੱਧ ਹੋ ਜਾਏਗੀ, ਇਸ ਮਾਰਗ ਤੇ ਤੁਰੇਗਾ। ਇਸ ਕਰਕੇ ਇਸ ਰਾਹ ਤੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਜਾਣਨ ਵਾਸਤੇ ਮੈਂ ਸਾਖੀ ਤੁਹਾਡੇ ਨਾਲੋਂ ਨਾਲ ਸਾਂਝੀ ਕਰ ਰਿਹਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਆਹ ਨਾਮ ਹੈ ਤੇ ਇੱਕ ਦੀ ਗੱਲ ਕਰੋ। ਤੇ ਉਸ ਤੋਂ ਬਾਅਦ ਸਾਧ ਸੰਗਤ ਜਦੋਂ ਸਤਿਗੁਰੂ ਨੇ ਕਿਹਾ ਵੀ ਹੁਣ ਭਾਂਡਾ ਦਿਓ, ਤੇ ਅਕਾਲ ਪੁਰਖ ਨੇ ਪੁੱਛਿਆ ਭਾਂਡਾ ਕਾਹਦਾ ਦਈਏ, ਕਿਹਦੇ ਵਿੱਚ ਪਾਉਣਾ ਚਾਹੁੰਦੇ ਹੋ? ਤੇ ਸਤਿਗੁਰੂ ਨੇ ਅੱਗੇ ਬਚਨ ਕੀਤਾ ਨਿਮਰਤਾ ਦਾ ਭਾਂਡਾ ਦਿਓ। ਜਿਹੜਾ ਵਿਸ਼ਾ ਆਪਾਂ ਲੈ ਰਹੇ ਸੀ, ਗੁਰਮਤਿ ਗਾਡੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਏ? ਮਨ ਦੀ ਨਿਮਰਤਾ ਤੋਂ। ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਸਭ ਤੋਂ ਪਹਿਲਾਂ ਭਾਂਡਾ ਮੰਗਿਆ ਗੁਰੂ ਨਾਨਕ ਦੇਵ ਜੀ ਨੇ, ਤੇ ਉਹ ਭਾਂਡਾ ਜਿਹਦੇ ਵਿੱਚ ਨਾਮ ਟਿਕ ਸਕਦਾ ਹੈ। ਤੇ ਜਦੋਂ ਉਹ ਭਾਂਡਾ ਗੁਰੂ ਸਾਹਿਬ ਨੇ ਮੰਗਿਆ, ਇਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਿਆ। ਬਾਬਾ ਪੈਂਦਾ ਸੱਚਖੰਡ, ਨਵ ਨਿਧ ਨਾਮ ਗਰੀਬੀ ਪਾਈ। ਦੋ ਚੀਜ਼ਾਂ ਲਿਆਏ ਗੁਰੂ ਨਾਨਕ ਦੇਵ ਜੀ ਸਾਡੇ ਵਾਸਤੇ। ਇੱਕ ਤੇ ਨਾਮ ਲੈ ਕੇ ਆਏ, ਤੇ ਨਾਲ ਨਾਮ ਨੂੰ ਪਾਉਣ ਵਾਲਾ ਭਾਂਡਾ ਲਿਆਏ ਗਰੀਬੀ। ਗਰੀਬੀ ਦਾ ਅਰਥ ਹੈ ਧੀਰਜ, ਨਿਮਰਤਾ, ਟਿਕਾ। ਕਈ ਵਾਰੀ ਇਹਦੀ ਵਿਆਖਿਆ ਕਰੀਏ ਤੇ ਕੁਝ ਗੁਰਮੁਖ ਕਹਿ ਦਿੰਦੇ ਤੇ ਫਿਰ ਕਾਇਰਤਾ ਹੋ ਗਈ, ਫਿਰ ਤਲਵਾਰ ਦੀ ਗੱਲ ਖਤਮ ਹੋ ਗਈ ਸਿੱਖੀ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨਹੀਂ। ਅਸਲ ਵਿੱਚ ਜਿਹੜਾ ਸਿੱਖੀ ਦਾ ਜੋਸ਼ ਹੈ ਉਹ ਨਿਮਰਤਾ ਵਿੱਚੋਂ ਪੈਦਾ ਹੁੰਦਾ। ਕੁਰਬਾਨੀਆਂ ਉਹਨਾਂ ਨੇ ਕੀਤੀਆਂ ਜਿਨ੍ਹਾਂ ਵਿੱਚ ਪਹਿਲਾਂ ਨਾਮ ਦੁਆਰਾ ਨਿਮਰਤਾ ਆ ਗਈ ਸੀ, ਤੇ ਫਿਰ ਜਦੋਂ ਉਹਨਾਂ ਨੇ ਧਰਮ ਦੇ ਮਾਰਗ ਦੇ, ਸੱਚ ਦੇ ਮਾਰਗ ਦੇ ਉੱਤੇ ਤੁਰੇ, ਤੇ ਝੂਠ ਤੇ ਤੁਰਨ ਵਾਲੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਦੋਹਾਂ ਦਾ ਟਕਰਾਅ ਹੋ ਗਿਆ, ਤੇ ਗੁਰੂ ਸਾਹਿਬ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਕਬੀਰ ਜੀ ਵੀ ਤੇ ਭਗਤ ਹੀ ਸਨ, ਨਾਮਦੇਵ ਜੀ ਵੀ ਭਗਤ ਸਨ। ਦੋਹਾਂ ਨੂੰ ਗ੍ਰਿਫਤਾਰ ਕੀਤਾ। ਸਮੇਂ ਦੀ ਸਰਕਾਰ ਨੇ ਜ਼ੁਲਮ ਢਾਇਆ ਕਈ ਵਾਰੀ, ਪਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਹ ਜਿਹੜਾ ਵਿਸ਼ਾ ਹੈ ਕਿ ਨਾਮ ਜਪਣਾ ਤੇ ਸ਼ਸਤਰਧਾਰੀ ਹੋਣਾ ਵੱਖਰਾ ਨਹੀਂ, ਧਿਆਨ ਰੱਖੋ। ਅਸੀਂ ਵੈਸੇ ਇਸ ਭੁਲੇਖੇ ਦੇ ਸ਼ਿਕਾਰ ਹੋਏ ਹਾਂ ਵੀ ਤਲਵਾਰ ਵੱਖਰੀ ਹੈ, ਗੁਰੂ ਨਾਨਕ ਦੇਵ ਜੀ ਵੱਖਰੇ ਨੇ, ਗੁਰੂ ਗੋਬਿੰਦ ਸਿੰਘ ਜੀ ਵੱਖਰੇ ਨਹੀਂ, ਇੱਕੋ ਚੀਜ਼ ਨੇ। ਜਦੋਂ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏਗੀ ਤੇ ਸਿਧਾਂਤ ਨੂੰ ਜਾਣ ਲਵਾਂਗੇ। ਇਸ ਕਰਕੇ ਗੁਰਮਤਿ ਦਾ ਰਸਤਾ ਹੈ ਜਿਹੜਾ ਆਪਾਂ ਆਰੰਭ ਕੀਤਾ ਸੀ ਕਿ ਜਦੋਂ ਜੀਵਨ ਦੇ ਵਿੱਚ ਪੱਤੇ ਸ਼ੁੱਧ ਹੋ ਜਾਣਗੇ, ਸਾਡੇ ਕਰਮ ਚੰਗੇ ਹੋਣਗੇ, ਸਰੀਰਕ ਤੌਰ ਤੇ ਗੁਰੂ ਕਿਰਪਾ ਕਰੇ ਵੀ ਸਾਡਾ ਜਿਹੜਾ ਵਿਹਾਰ ਕਾਰ ਅਸੀਂ ਕਿਰਤ ਕਰ ਰਹੇ ਹਾਂ, ਜਦੋਂ ਉਹਦੇ ਵਿੱਚ ਸੱਚ ਆ ਜਾਏਗਾ ਤੇ ਜਪਿਆ ਹੋਇਆ ਥੋੜਾ ਨਾਮ ਤੇ ਥੋੜੀ ਪੜੀ ਹੋਈ ਬਾਣੀ ਵੀ ਸਾਡੇ ਵਿੱਚ ਰੰਗ ਲਿਆਉਣਾ ਸ਼ੁਰੂ ਕਰ ਦੇ। ਇਸ ਕਰਕੇ ਗੁਰਸਿੱਖ ਪੂਰੇ ਗੁਰੂ ਤੋਂ ਅਰਦਾਸ ਕਰਕੇ ਦਾਤ ਮੰਗਦਾ ਹੈ ਕਿ ਤੂੰ ਇਸ ਤਰ੍ਹਾਂ ਦੀ ਕਿਰਤ, ਇਸ ਤਰ੍ਹਾਂ ਦਾ ਜੀਵਨ ਮੈਨੂੰ ਬਖਸ਼ ਕਿ ਜਿਸ ਜੀਵਨ ਨੂੰ ਜਿਉਂਦਿਆਂ ਮੈਂ ਤੈਨੂੰ ਖੁਸ਼ ਕਰ ਸਕਾਂ। ਤੂੰ ਮੇਰੇ ਤੇ ਰੀਝ ਜਾਏ। ਤੇ ਜਦੋਂ ਗੁਰੂ ਸਿੱਖ ਦੇ ਜੀਵਨ ਨੂੰ ਵੇਖਦਾ ਹੈ, ਉਹਦੇ ਕਰਮਾਂ ਨੂੰ ਵੇਖਦਾ ਹੈ, ਤੇ ਫਿਰ ਉਹਦੇ ਵਿੱਚ ਨਿਮਰਤਾ ਨੂੰ ਵੇਖਦਾ ਵੀ ਇਹ ਕੰਮ ਬਹੁਤ ਜਿਵੇਂ ਮੈਂ ਕਿਹਾ ਉਵੇਂ ਹੀ ਕਰੀ ਜਾਂਦਾ। ਤੇ ਜਦੋਂ ਇਸ ਦੋ ਚੀਜ਼ਾਂ ਦਾ ਸੁਮੇਲ ਹੁੰਦਾ ਵੀ ਸਿੱਖ ਮਿਹਨਤ ਵੀ ਕਰਦਾ ਤੇ ਦਾਵਾ ਵੀ ਨਹੀਂ ਕਰਦਾ, ਉਦੋਂ ਇੱਕ ਤੀਜੀ ਘਟਨਾ ਵਾਪਰਦੀ, ਉਹਨੂੰ ਕਹਿੰਦੇ ਨੇ ਗੁਰੂ ਦੀ ਦਿਆਲਤਾ, ਗੁਰੂ ਦਾ ਤਰਸ। ਉਸ ਤਰਸ ਦੇ ਵਿੱਚ ਹੀ ਸਾਰੀਆਂ ਦਾਤਾਂ ਮਿਲਦੀਆਂ। ਮਿਹਨਤ ਭਾਂਡਾ ਹੈ ਤੇ ਗੁਰੂ ਦਾ ਤਰਸ ਪਦਾਰਥ ਹੈ। ਇਸ ਕਰਕੇ ਗੁਰੂ ਦੀ ਦਇਆ ਲੈਣ ਵਾਸਤੇ, ਤਰਸ ਲੈਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕਰਮ ਸ਼ੁੱਧ ਤੇ ਫਿਰ ਬੰਦਗੀ ਦਾ ਦੂਜਾ ਰਸਤਾ ਆਪਾਂ ਕੱਲ ਵਿਚਾਰਾਂਗੇ। ਆਓ ਕੁਝ ਮਿੰਟਾਂ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਪਿਆਰ ਸਹਿਤ ਚੌਂਕੜਾ ਲਾ ਕੇ ਬੈਠੋ, ਕਿਉਂਕਿ ਇਹ ਵੀ ਇੱਕ ਤਰੀਕਾ ਹੈ। ਹਰ ਇੱਕ ਕੰਮ ਨੂੰ ਸਤਿਗੁਰੂ ਨੇ ਬਕਾਇਦਾ ਤਰੀਕੇ ਵਿੱਚ ਕੀਤਾ, ਤੇ ਹਜ਼ੂਰ ਕਹਿੰਦੇ ਵੀ ਸਾਰੇ ਕੰਮ ਤੂੰ ਤਰੀਕੇ ਨਾਲ ਕਰਨਾ, ਜਦੋਂ ਨਾਮ ਜਪਣਾ ਉਦੋਂ ਬੇਤਰੀਕਾ ਕਿਉਂ?
ਉਦੋਂ ਵੀ ਤੇ ਢੰਗ ਲੱਭਣਾ। ਪ੍ਰਸ਼ਾਦਾ ਪਕਾਉਣਾ ਉਹਦਾ ਵੀ ਤਰੀਕਾ ਹੈ, ਗੱਡੀ ਚਲਾਉਣਾ ਉਹਦਾ ਵੀ ਕੋਈ ਰੂਲ ਹੈ, ਵਸਤਰ ਤੂੰ ਪਾਉਣਾ ਉਹ ਵੀ ਕਿਤੇ ਢੰਗ ਤਰੀਕੇ ਨਿਯਮ ਵਿੱਚ ਮਰਿਆਦਾ ਵਿੱਚ ਸੀਪਦੇ ਨੇ, ਮਕਾਨ ਬਣਾਉਣਾ ਤਾਂ ਵੀ ਪੂਰੀ। ਉੱਥੇ ਨਹੀਂ ਕਹਿੰਦਾ ਵੀ ਜਿੱਧਰ ਦੀ ਮਰਜ਼ੀ ਕੰਧ ਕਰ ਦਿਓ, ਪਰ ਗੱਲ ਇਹ ਹੈ ਵੀ ਜਦੋਂ ਤੂੰ ਧਰਮ ਕਮਾਉਣਾ ਹੈ ਨਾ, ਬਾਣੀ ਪੜ੍ਹਨਾ ਜਾਂ ਨਾਮ ਜਪਣਾ, ਉਦੋਂ ਤੂੰ ਕਹਿੰਦਾ ਵੀ ਤਰੀਕੇ ਦੀ ਕੋਈ ਲੋੜ ਨਹੀਂ, ਕਦੀ ਕੰਨ ਵਿੱਚ ਉਂਗਲ ਪਾ ਲਈ, ਕਦੀ ਅੱਖਾਂ ਵਿੱਚ, ਕਦੀ ਚੌਂਕੜਾ ਮਾਰ ਲਿਆ, ਕਦੀ ਛੱਡ ਦਿੱਤਾ। ਨਹੀਂ, ਇਹ ਤਰੀਕਾ ਨਹੀਂ ਹੈ। ਇਹਦਾ ਵੀ ਇੱਕ ਤਰੀਕਾ ਪੂਰੀ ਤਰ੍ਹਾਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਰੀਰ ਨੂੰ ਪੂਰੀ ਤਰ੍ਹਾਂ ਇਕਾਗਰ ਕਰਕੇ, ਖਿਆਲਾਂ ਨੂੰ ਬਾਹਰ ਕੱਢ ਕੇ, ਔਰ ਬਿਲਕੁਲ ਸਿੱਧੇ ਬੈਠ ਕੇ, ਨੇਤਰ ਬੰਦ ਕਰਕੇ, ਆਵਾਜ਼ ਨੂੰ ਆਪਣੀ ਨੂੰ ਜਦੋਂ ਅਸੀਂ ਬੋਲਦੇ ਹਾਂ ਬਸ ਉਹਨੂੰ ਸੁਣਨਾ ਹੁੰਦਾ ਹੈ। ਗੁਰਮਤਿ ਵਿੱਚ ਇਹ ਸਾਨੂੰ ਜਾਚ ਦੱਸੀ ਸਤਿਗੁਰਾਂ ਨੇ ਵੀ ਸ਼ਬਦ ਤੇ ਸੁਰਤ ਦਾ ਅਭਿਆਸ ਹੀ ਹੈ। ਜਿਹੜਾ ਸ਼ਬਦ ਤੂੰ ਬੋਲਣਾ ਹੈ ਉਸ ਸ਼ਬਦ ਵਿੱਚ ਤੂੰ ਧਿਆਨ ਰੱਖਣਾ, ਉਹਨੂੰ ਸੁਣਨਾ ਤੂੰ, ਕਿਉਂਕਿ ਸ਼ਬਦ ਹੀ ਤੇਰਾ ਗੁਰੂ, ਉਹਦੇ ਨਾਲ ਸਾਂਝ ਪਾਉਣੀ ਹੈ। ਇਹ ਤਰੀਕਾ ਅਸੀਂ ਲੱਭਣਾ, ਸਾਰਿਆਂ ਨੇ ਬਖਸ਼ਿਸ਼ ਕਰਨੀ। ਵਾਹਿਗੁਰੂ 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 ਵਾਹਿਗੁਰੂ
ਹੋਆ